ਭਾਈ ਕਰਨਵੀਰ ਸਿੰਘ ਜੀ ਹਾਜ਼ਰ ਹੋ ਗਏ ਹਨ। ਆਓ ਗੁਰਮੁਖਾਂ ਦੇ ਕੋਲੋਂ ਕਥਾ ਵਿਚਾਰ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਦ ਨਿਰੰਜਨ ਹੈ ਗੁਰ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰ ਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਜੈ ਜੈਕਾਰ ਜਾਸ ਜਗ ਅੰਦਰ, ਮੰਦਰ ਭਾਗ ਜੁਗਤ ਸਿਵ ਰਹਤਾ। ਗੁਰ ਪੂਰਾ ਪਾਇਓ ਬੜ ਭਾਗੀ, ਲਿਵ ਲਾਗੀ ਮੇਦਨ ਭਰ ਸਹਿਤਾ। ਤੋਸੋ ਨਹੀਂ ਦਾਤਾ ਕੋ, ਮੋਸੋ ਨਾ ਭਖਾਰੀ ਦੀਨ। ਤੋਸੋ ਨਾ ਦਿਆਲ ਦੁਖੀ, ਮੋਸੋ ਨਾ ਅਲਾਈਐ। ਮੋਸੋ ਨਾ ਕ੍ਰਿਤ ਘਣ, ਤੋਸੋ ਉਪਕਾਰੀ ਨਾ ਹੈ। ਜਪ ਤਪ ਬ੍ਰਤ ਮੋਹ ਮੈਂ ਏਕ ਨਹਿ ਪਾਈਐ। ਔਗਣੀ ਨਾ ਮੋਸੋ ਕੋਈ, ਗੁਣਵਾਨ ਤੋਸੋ ਨਹੀਂ। ਜਪ ਤਪ ਬ੍ਰਤ ਮੋਹ ਮੈਂ ਏਕ ਨਹਿ ਪਾਈਐ। ਕਾਵੇ ਆਇਓ ਹੈ ਸ਼ਰਨ, ਗਹੇ ਧਾਏ ਕੇ ਚਰਨ। ਗੁਰ ਤਾਰਨ ਤਰਨ, ਨਿਜ ਹਾਥ ਦੈ ਬਚਾਈਐ। ਗੁਰੂ ਬਚਨ ਪਾਲਿਓ ਨਹੀਂ, ਸਿੰਘ ਮਨ ਕੋ ਨਹੀਂ ਮਾਰ। ਗੁਰ ਬਚਨ ਸਿੰਘ ਕੀ ਬੇਨਤੀ, ਲਾਜ ਤੋਹਿ ਨਿਰੰਕਾਰ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੁ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਸੰਤ ਮਹੱਲਾ ਨਾਵਾ। ਮਾਈ ਮੈਂ ਤਨ ਪਾਇਓ ਹਰ ਨਾਮ, ਮਨ ਮੇਰੇ ਤਾਵਨ ਤੇ ਛੁਟਿਓ। ਕਰ ਬੈਠੋ ਵਿਸਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਜਾਗਦੀ ਜੋਤ, ਚਵਰ ਤਖਤ ਛਤਰ ਸਿੰਘਾਸਣ ਦੇ ਮਾਲਕ। ਧੰਨ ਗਰੀਬ ਨਿਵਾਜ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹਜੂਰ ਨੇ ਬੇਅੰਤ ਅਪਾਰ ਕਿਰਪਾ ਕੀਤੀ ਹੈ। ਆਪ ਸਰਬੱਤ ਸੰਗਤਾਂ ਸਤ ਸੰਗਤ ਦਾ ਨਿੱਘਾ ਸੁਖ ਮਾਨਣ ਲਈ ਸੱਜ ਬੈਠੇ ਹੋ। ਆਓ ਸਾਧ ਸੰਗਤ ਜੀ, ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਜੂਰ ਦੀ ਅੰਮ੍ਰਿਤ ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਹਨ, ਜਿਨ੍ਹਾਂ ਬਾਬਤ ਬਾਜਾਂ ਵਾਲੇ ਪਿਤਾ ਜੀ ਸਵਈਏ ਗੁਰ ਪਦ ਕੇ ਸ੍ਰੀ ਸਰਬਲੋ ਗ੍ਰੰਥ ਵਿੱਚ ਹਜੂਰ ਉਚਾਰਦੇ ਹਨ। ਤੇਗ ਬਹਾਦਰ ਪੁਨਹ ਸਰੂਪਾ, ਸਤ ਸਵਰੂਪ ਅਖੰਡ ਅਜੈ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਮਾਨੋ ਕਿ ਪੁਨਹ ਸਰੂਪਾ, ਪੁੰਨ ਨੇ ਹੀ ਆਪਣਾ ਸਰੂਪ ਧਾਰਨ ਕਰ ਲਿਆ ਹੈ। ਹਜੂਰ ਕਿਰਪਾ ਦੇ ਘਰ ਹਨ। ਮਹਾਰਾਜ ਜੀ ਸਰਬ ਤੇ ਦਿਆਲ ਹੁੰਦੇ ਹਨ, ਦਇਆ ਕਰਨ ਦੀ ਜਿਨ੍ਹਾਂ ਨੂੰ ਆਦਤ ਹੈ। ਸਤ ਸਰੂਪ ਜਿਹੜਾ ਅਕਾਲ ਪੁਰਖ ਵਾਹਿਗੁਰੂ ਹਰੀ, ਆਪ ਉਸਨੇ ਅਖੰਡ ਅਜੈ, ਜੋ ਵਿਕਾਰਾਂ ਨੂੰ ਨਾ ਪ੍ਰਾਪਤ ਹੋਣ ਵਾਲਾ, ਸਦਾ ਇੱਕ ਰਸ ਰਹਿਣ ਵਾਲਾ ਸਰੂਪ ਧਾਰਨ ਕੀਤਾ ਹੈ।
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਜਿਨ੍ਹਾਂ ਬਾਬਤ ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਮਾਨੋ ਕਿ ਛਿਮਾ ਨੇ ਤਨ ਧਾਰਨ ਕਰ ਲਿਆ ਹੈ। ਸਦਾ ਹੀ ਹਜੂਰ ਆਪਣੇ ਨਿਜ ਸਰੂਪ ਵਿੱਚ ਬਿਰਤੀ ਟਿਕਾਈ ਰੱਖਦੇ ਹਨ। ਜਿਸ ਸਮੇਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਾਬਾ ਬਕਾਲਾ ਸਾਹਿਬ ਜੀਆਂ ਦੀ ਧਰਤੀ ਨੂੰ ਭਾਗ ਲਾ ਰਹੇ ਹਨ, ਹਜੂਰ ਨੇ ਸਾਧ ਸੰਗਤ ਜੀ ਲਗਭਗ 26-27 ਸਾਲ ਭੌਰਾ ਸਾਹਿਬ ਵਿੱਚ ਬੈਠ ਕੇ ਹਜੂਰ ਨੇ ਜਿਸ ਤਰ੍ਹਾਂ ਆਪਣੇ ਨਿਜ ਸਰੂਪ ਵਿੱਚ ਮਹਾਰਾਜ ਜੀ ਲੀਨ ਰਹੇ। ਹਜੂਰ ਲਿਖਦੇ ਹਨ, ਜੁਗ ਜੁਗ ਤਾਰ ਲਿਓ ਤ੍ਰਿਲੋਕੰ, ਜੁਗਾਂ ਜੁਗਾਂ ਦੇ ਵਿੱਚ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦਾ ਨਾਮ ਜਪ ਜਪ ਕੇ ਤਿੰਨੇ ਲੋਕ, ਆਕਾਸ਼ ਲੋਕ ਕੀ, ਮਾਤ ਲੋਕ ਕੀ, ਪਤਾਲ ਲੋਕ ਕੀ, ਸਭ ਤਾਰੇ ਹਨ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੂੰ ਯਾਦ ਕਰਕੇ ਅਸੁਰ ਛਲੈ ਪ੍ਰਭ ਨਿਤ ਅਬੈ, ਮਹਾਰਾਜ ਜੀ ਦੁਸ਼ਟਾਂ ਦਾ ਸ਼ਿੰਗਾਰ ਕਰਦੇ ਹਨ ਤੇ ਸੰਤਾਂ ਦੀ ਸਦਾ ਰੱਖਿਆ ਕਰਦੇ ਹਨ। ਭਇਓ ਨਿਸਤਾਰ ਤਰਾਸ ਅਸਰਨ ਤੇ, ਜਿਨ੍ਹਾਂ ਨੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੂੰ ਯਾਦ ਕੀਤਾ ਹੈ, ਉਹਨਾਂ ਦੇ ਸਭ ਜੋ ਡਰ ਹਨ ਉਹ ਚੱਕੇ ਗਏ ਹਨ। ਮਹਾਰਾਜ ਜੀ ਕਹਿੰਦੇ ਹਨ, ਜਮ ਦੂਤ ਉਹਨਾਂ ਦੇ ਨੇੜੇ ਨਹੀਂ ਆਉਂਦੇ, ਉਧਾਰ ਕੀਓ ਗੁਰ ਜਗਤ ਸਬੈ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੇ ਜਿਸ ਤਰ੍ਹਾਂ ਪੂਰਬ ਦੀ ਦਿਸ਼ਾ ਨੂੰ ਪਿਆਨਾ ਕੀਤਾ ਹੈ, ਉੱਤਰ ਦੱਖਣ ਪੂਬ ਅਰ ਪੱਛਮ ਚਾਰੇ ਦਿਸ਼ਾ ਦੇ ਵਿੱਚ ਹੀ ਹਜੂਰ ਨੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੀ ਸਿੱਖੀ ਨੂੰ ਜਿਸ ਤਰ੍ਹਾਂ ਸਾਧ ਸੰਗਤ ਜੀ ਚਾਰ ਚੰਨ ਲਾਏ ਹਨ, ਉਧਾਰ ਕੀਓ ਗੁਰ ਜਗਤ ਸੁਬੈ। ਹਰੇਕ ਮਤਾਂ ਮਤਾਂਤਰਾਂ ਦੇ ਸਾਧੂ ਹਜੂਰ ਪਾਸ ਆਉਂਦੇ ਹਨ। ਹਜੂਰ ਨੇ ਮਾਨੋ ਕਿ ਸਭ ਦਾ ਹੀ ਉਧਾਰ ਕਰ ਦਿੱਤਾ ਹੈ। ਸ਼ਾਹ ਗੋਬਿੰਦ ਫਤਿਹ ਸਤਿਗੁਰ ਕੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਚਾਰਦੇ ਹਨ, ਐਸੇ ਸਤਿਗੁਰੂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੀ ਸਦਾ ਫਤਿਹ ਹੈ। ਵਾਹਿਗੁਰੂ ਸੱਚ ਮੰਤਰ ਅਖੈ, ਜਿਨ੍ਹਾਂ ਨੇ ਸਾਡੀ ਝੋਲੀ ਦੇ ਵਿੱਚ ਜੋ ਵਾਹਿਗੁਰੂ ਮੰਤਰ ਹੈ, ਮਹਾਰਾਜ ਜੀਆਂ ਨੇ ਉਸ ਦਾ ਜਸ ਜਿਸ ਤਰ੍ਹਾਂ ਗੁਰਸਿੱਖੀ ਵਿੱਚ ਜਿਸ ਤਰ੍ਹਾਂ ਹਜੂਰ ਨੇ ਫੈਲਾਇਆ ਹੈ, ਵਾਹਿਗੁਰੂ ਮੰਤਰ ਦੀ ਕੀਰਤੀ ਹਜੂਰ ਨੇ ਗੁਰਸਿੱਖਾਂ ਨੂੰ ਦੱਸੀ ਹੈ। ਗੁਰਸਿੱਖੋ ਨਾਮ ਜਪਿਓ, ਵਾਹਿਗੁਰੂ ਮੰਤਰ ਹਜੂਰ ਨੇ ਝੋਲੀ ਵਿੱਚ ਪਾਇਆ ਹੈ, ਤੁਹਾਨੂੰ ਕੋਈ ਛੋਹ ਨਹੀਂ ਸਕੇਗਾ। ਐਸੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਜੂਰ ਅੱਜ ਜਿਸ ਤਰ੍ਹਾਂ ਬਸੰਤ ਰਾਗ ਵਿੱਚ ਮਹਾਰਾਜ ਜੀ ਕਿਰਪਾ ਕਰਦੇ ਹਨ, ਆਓ ਸਾਧ ਸੰਗਤ ਜੀ ਪਾਈਐ ਨਾ ਪਾਰ ਤੇਜ ਪੁੰਜ ਕੋ ਅਪਾਰ, ਜਿਨ੍ਹਾਂ ਸਤਿਗੁਰਾਂ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਜਿਨ੍ਹਾਂ ਦਾ ਤੇਜ ਪ੍ਰਤਾਪ ਮਹਾਰਾਜ ਜੀ ਕਹਿੰਦੇ ਹਨ ਤੇਜ ਪੁੰਜ ਕੋ ਅਪਾਰ। ਮਹਾਰਾਜ ਜੀ ਕਹਿੰਦੇ ਹਨ ਸਰਬ ਵਿਦਿਆ ਕੇ ਉਧਾਰ ਅਪਾਰ ਕਹੀਅਤ ਹੈ। ਬਾਜਾਂ ਵਾਲੇ ਪਿਤਾ ਜੀ ਕਹਿੰਦੇ ਹਨ ਜਿਨ੍ਹਾਂ ਤੋਂ ਸਾਰੀਆਂ ਵਿਦਿਆਵਾਂ ਉਤਪੰਨ ਹੋਈਆਂ ਹਨ, ਸਾਰੀਆਂ ਵਿਦਿਆ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੇ ਪ੍ਰਤਾਪ ਕਰਕੇ ਚੱਲ ਰਹੀਆਂ ਹਨ। ਇਸੇ ਕਰਕੇ ਹਜੂਰ ਨੂੰ ਅਪਾਰ ਕਹੀਅਤ ਹੈ, ਪਾਰਾਵਾਰ ਤੋਂ ਰਹਿਤ ਕਿਹਾ ਜਾਂਦਾ ਹੈ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦਾ ਦਰਬਾਰ ਸਜਦਾ ਹੈ। ਹਜੂਰ ਦੇ ਦਰਬਾਰ ਵਿੱਚ ਗੁਰਸਿੱਖ ਸੰਗਤਾਂ ਹੰਸਾਂ ਦੀ ਨਿਆਈ ਸੱਜ ਬੈਠਦੀਆਂ ਹਨ। ਵਰਿਆ ਦਰਗਾਹ ਗੁਰੂ ਕੀ ਕੁਦਰਤੀ ਨੂਰ, ਜਿਸ ਤਰ੍ਹਾਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਬਾਰ ਵਿੱਚ ਕੁਦਰਤ ਦਾ ਨੂਰ ਅੰਮ੍ਰਿਤ ਰਸ ਜਿਸ ਤਰ੍ਹਾਂ ਸਾਧ ਸੰਗਤ ਜੀ ਵਰਦਾ ਹੈ। ਆਓ ਮਹਾਰਾਜ ਜੀਆਂ ਦੀ ਅੰਮ੍ਰਿਤ ਗੁਰਬਾਣੀ ਦੀ ਕਥਾ ਸ਼ਰਵਣ ਕਰਨ ਤੋਂ ਪਹਿਲਾਂ ਸੱਚੇ ਸਤਿਗੁਰਾਂ ਦੇ ਦਰਬਾਰ ਦਾ ਧਰੀਏ ਧਿਆਨ। ਦੋਨੋਂ ਹੱਥ ਜੋੜ ਕੇ ਹਜੂਰ ਨੂੰ ਸੀਸ ਝੁਕਾਉਂਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਸੰਤ ਮਹੱਲਾ ਨਾਵਾ। ਬਸੰਤ ਰਾਗ ਨੂੰ ਭਾਗ ਲਾਉਂਦੇ ਹੋਏ ਨਾਵੇਂ ਸਤਿਗੁਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਸਾਧ ਸੰਗਤ ਜੀ ਇਸ ਸ਼ਬਦ ਦੀ ਉਹ ਥਾਨਕਾ ਹੈ ਜਿਸ ਸਮੇਂ ਹਜੂਰ ਗੁਰਤਾ ਗੱਦੀ ਤੇ ਸੱਜ ਬੈਠੇ ਹਨ।
ਸਮਸਤ ਕਾਇਨਾਤ ਦੀਆਂ ਸ਼ਕਤੀਆਂ ਹਜੂਰ ਦੇ ਦਰਬਾਰ ਵਿੱਚ ਆ ਕੇ ਸੀਸ ਨਿਵਾਉਂਦੀਆਂ ਹਨ। ਸਭ ਗੁਰਸਿੱਖ ਹੁਣ ਹਜੂਰ ਦੇ ਦਰਬਾਰ ਵੱਲ ਜਾਂਦੇ ਹਨ। ਜਿਨ੍ਹਾਂ ਨੇ ਸਾਧ ਸੰਗਤ ਜੀ ਉੱਥੇ ਹੋਰ ਪਖੰਡੀ 22 ਮੰਜੀਆਂ ਲਾ ਬੈਠੇ ਹਨ। ਜਿਸ ਤਰ੍ਹਾਂ ਸੂਰਜ ਦੇ ਚੜ੍ਹਨ ਦੇ ਨਾਲ ਉੱਲੂਆਂ ਨੂੰ ਦੁੱਖ ਮਿਲਦਾ ਹੈ, ਇਸੇ ਤਰ੍ਹਾਂ ਸਾਧ ਸੰਗਤ ਜੀ ਉਹਨਾਂ ਨੂੰ ਭਾਰੀ ਦੁੱਖ ਮਿਲਿਆ। ਜਿਨ੍ਹਾਂ ਨੇ 22 ਗੁਰੂ ਸੱਜ ਬੈਠੇ ਸਨ, ਉੱਥੇ ਆਪਣੇ ਆਪ ਵਿੱਚ ਗੁਰੂ ਬਣਨ ਦਾ ਦਾਅਵਾ ਕਰਦੇ ਸੀ। ਜਿਸ ਸਮੇਂ ਉਹਨਾਂ ਦੇਖਿਆ ਕਿ ਹਜੂਰ ਤਾਂ ਪ੍ਰਗਟ ਹੋ ਚੁੱਕੇ ਹਨ, ਉਹਨਾਂ ਨੇ ਫਿਰ ਧੀਰਮਲ ਪਾਸ ਜਾ ਕੇ ਆਖਿਆ ਕਿ ਧੀਰਮਲ, ਅਸੀਂ ਤੇਰਾ ਸਾਥ ਦਿੰਦੇ ਹਾਂ, ਤੈਨੂੰ ਗੁਰੂ ਬਣਾਉਂਦੇ ਹਾਂ। ਕਿਉਂਕਿ ਸਾਧ ਸੰਗਤ ਜੀ ਸਭ ਮਾਇਆ ਚਾਹੁੰਦੇ ਸੀ। ਧਨ ਪਦਾਰਥ ਜੋ ਗੁਰੂ ਘਰ ਵਿੱਚ ਚੜ੍ਹਦੇ ਸਨ, ਅਕੋਰਾਂ, ਉਹ ਸਭ ਚਾਹੁੰਦੇ ਸੀ। ਕਹਿੰਦੇ ਸੀ ਧੀਰਮਲ, ਤੈਨੂੰ ਗੁਰੂ ਬਣਾਉਣੇ ਹਾਂ। ਉਸ ਸਮੇਂ ਸਾਧ ਸੰਗਤ ਜੀ ਐਸਾ ਹਜੂਰ ਦੇ ਬਾਬਤ ਖੋਟੇ ਬਚਨ ਕਰਦੇ ਹਨ। ਉੱਥੇ ਧੀਰਮਲ ਸੀਹੇ ਮਸੰਦ ਨੂੰ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਤੇ ਗੋਲੀ ਚਲਾਉਣ ਦਾ ਵੀ ਸਾਧ ਸੰਗਤ ਜੀ ਜਿਸ ਤਰ੍ਹਾਂ ਹੁਕਮ ਦਿੰਦਾ ਹੈ, ਸ਼ੀਹਾਂ ਮਸੰਦ ਸਾਧ ਸੰਗਤ ਜੀ ਇਸ ਨੇ ਪਹਿਲੀ ਵਾਰ ਫਿਰ ਹਜੂਰ ਤੇ ਗੋਲੀ ਚਲਾਈ। ਜਿਸ ਸਮੇਂ ਹਜੂਰ ਘੋੜੇ ਤੇ ਸਵਾਰੀ ਕਰ ਰਹੇ ਸੀ, ਗੋਲੀ ਦੀ ਖੜਾਕ ਦੇ ਨਾਲ ਜਿਸ ਤਰ੍ਹਾਂ ਘੋੜਾ ਤੇਜ਼ ਹੋ ਗਿਆ। ਦੂਸਰੀ ਵਾਰ ਸਾਧ ਸੰਗਤ ਜੀ ਜਿਸ ਸਮੇਂ ਹਜੂਰ ਤਖਤ ਤੇ ਸੱਜੇ ਹੋਏ ਸਨ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਤੇ ਆ ਕੇ ਇਸ ਸ਼ੀਹੇ ਮਸੰਦ ਨੇ ਫਿਰ ਸਾਧ ਸੰਗਤ ਜੀ ਗੋਲੀ ਚਲਾਈ। ਕਵੀ ਜੀ ਕਹਿੰਦੇ ਹਨ, ਮਾਨੋ ਕਿ ਐਸਾ ਸ਼ਗਨ ਹੋਇਆ ਜਿਸ ਤਰ੍ਹਾਂ ਗੋਲੀ ਮੱਥੇ ਨੂੰ ਚੱਟ ਕੇ ਧਰਤੀ ਤੇ ਡਿੱਗੀ ਹੈ, ਮਾਨੋ ਕਿ ਗੁਰਿਆਈ ਦਾ ਤਿਲਕ ਹੀ ਹਜੂਰ ਦੇ ਮਸਤਕ ਤੇ ਕੱਢ ਦਿੱਤਾ ਹੋਵੇ। ਜਿਸ ਸਮੇਂ ਸਾਧ ਸੰਗਤ ਜੀ ਇਹ ਧੀਰਮਲ ਦੇ ਜੋ ਮਸੰਦ ਹਨ, ਗੁੰਡੇ ਪਾਲੇ ਹੋਏ, ਇਹਨਾਂ ਨੇ ਹਜੂਰ ਦੇ ਘਰ ਦੀਆਂ ਸਾਰੀਆਂ ਵਸਤੂਆਂ ਲੈ ਜਾਂਦੇ ਹਨ। ਇੱਥੋਂ ਤਿੱਕਰ ਕਿ ਘਰ ਦੀਆਂ ਵਸਤੂਆਂ, ਬਰਤਨ ਆਦਿਕ ਵੀ ਜਿਸ ਤਰ੍ਹਾਂ ਲੈ ਗਏ। ਉਸ ਸਮੇਂ ਸਾਧ ਸੰਗਤ ਜੀ ਮੱਖਣ ਸ਼ਾਹ ਨੂੰ ਪਤਾ ਲੱਗਦਾ ਹੈ। ਮੱਖਣ ਸ਼ਾਹ ਸਾਧ ਸੰਗਤ ਜੀ ਜਦੋਂ ਇਹ 500 ਇਸ ਦੇ ਸਿਪਾਹੀ ਹਨ, ਇਸ ਦੇ ਕੋਲ ਧਨਾੜ ਗੁਰਸਿੱਖ ਹੈ, ਹਜੂਰ ਦੇ ਚਰਨਾਂ ਦਾ ਭੌਰਾ ਹੈ। ਮੱਖਣ ਸ਼ਾਹ ਮਨ ਵਿੱਚ ਜਿਸ ਤਰ੍ਹਾਂ ਰੋਸ ਕਰਦਾ ਹੋਇਆ ਕਹਿੰਦਾ ਹੈ, ਹਜੂਰ ਪ੍ਰਗਟ ਨਾ ਸੀ ਹੋਣਾ ਚਾਹੁੰਦੇ, ਹਜੂਰ ਤਾਂ ਸਦਾ ਇੱਕ ਰਸ ਸਭ ਦਾ ਭਲਾ ਮੰਗਦੇ ਹਨ, ਮਣਾ ਤੇਰੇ ਕਰਕੇ ਇਹ ਸਭ ਹੋਇਆ ਹੈ। ਜਿਸ ਸਮੇਂ ਮੱਖਣ ਸ਼ਾਹ ਜਿਸ ਤਰ੍ਹਾਂ ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਸੁਣ ਮੱਖਣ ਕੇ ਭਇਓ ਬਖਾਦ, ਹੱਤ ਹੋਵਤ ਭਾ ਉਰ ਅਹਿਲਾਦ। ਮੱਖਣ ਸ਼ਾਹ ਇਹ ਸੁਣ ਕੇ ਬੜਾ ਦੁਖੀ ਹੋਇਆ। ਇਸ ਨੂੰ ਮਨ ਦੇ ਵਿੱਚ ਜਿਸ ਤਰ੍ਹਾਂ ਝੋਰਾ ਲੱਗਾ, ਮਨਾ ਜੇ ਗੁਰੂ ਸਾਹਿਬ ਨੂੰ ਕੁਝ ਹੋ ਜਾਂਦਾ, ਕਿਸ ਕੋ ਗਹਿਓ ਧੀਰ ਮਲ ਓਟਾ, ਕੀਨਸ ਕਰਮ ਜਾਹੇ ਅਸ ਖੋਟਾ। ਮੱਖਣ ਸ਼ਾਹ ਸੋਚਦਾ ਹੈ ਕਿਸ ਸ਼ਕਤੀ ਦਾ ਧੀਰਮਲ ਨੇ ਓਟ ਲਈ ਹੈ, ਆਸਰਾ ਤੱਕਿਆ ਹੈ, ਜਿਸ ਕਰਕੇ ਇਸ ਨੇ ਇਹ ਖੋਟਾ ਕਰਮ ਕੀਤਾ ਹੈ। ਧਰਮ ਮੂਰਖਤਾ ਕਿਨੈ ਨਾ ਹੋਟਾ, ਪਰ ਹੈ ਅਬੈ ਜਿਸ ਘਰ ਟੋਟਾ। ਤੇ ਮੱਖਣ ਸ਼ਾਹ ਜੀ ਜਿਸ ਤਰ੍ਹਾਂ ਮਨ ਵਿੱਚ ਸੋਚਦੇ ਹਨ, ਖੰਡਾਂ ਬ੍ਰਹਮੰਡਾਂ ਦੀਆਂ ਸ਼ਕਤੀਆਂ ਜਿਨ੍ਹਾਂ ਸਤਿਗੁਰਾਂ ਦੇ ਚਰਨਾਂ ਵਿੱਚ ਨਿਵਾਸ ਕਰਦੀਆਂ ਹਨ, ਇਸ ਧੀਰਮਲ ਨੇ ਕਿੰਦੀ ਓਟ ਲੈ ਕੇ ਹਜੂਰ ਤੇ ਜਿਸ ਤਰ੍ਹਾਂ ਇਹ ਹਮਲਾ ਕੀਤਾ ਹੈ। ਮੱਖਣ ਸ਼ਾਹ ਜੀ ਕਹਿੰਦੇ ਹਨ, ਹੁਣ ਉਸ ਦੇ ਘਰ ਦੇ ਵਿੱਚ ਸਦਾ ਟੋਟਾ ਪੈ ਜਾਵੇਗਾ। ਮਮ ਸਤਿਗੁਰ ਤੋਂ ਨਿਰਬਲ ਨਾਹੀ। ਧੀਰਮਲ ਨੂੰ ਭਾਵ ਮੱਖਣ ਸ਼ਾਹ ਨੂੰ ਪਤਾ ਹੈ ਕਿ ਸਾਡੇ ਹਜੂਰ ਨਿਰਬਲ ਨਹੀਂ ਹਨ। ਹਜੂਰ ਚਾਹੁਣ ਤਾਂ ਸੂਰਜ ਦੀ ਗਤੀ ਨੂੰ ਆਕਾਸ਼ ਵਿੱਚ ਰੋਕ ਦੇਣ, ਹਜੂਰ ਚਾਹੁਣ ਤਾਂ ਚੰਦ ਨੂੰ ਆਕਾਸ਼ ਵਿੱਚ ਥੰਮ ਦੇਣ। ਮਮ ਸਤਿਗੁਰ ਤੋਂ ਨਿਰਬਲ ਨਾਹੀ, ਚਿੱਤ ਕਰ ਜਿਸ ਕੇ ਹੋਏ ਪੱਖ ਮਾਹੀ। ਮੱਖਣ ਸ਼ਾਹ ਕਹਿੰਦਾ ਹੈ ਹਜੂਰ ਨੂੰ ਜਾਣਦੀ ਵੀ ਨਹੀਂ ਲੋੜ, ਕਿਉਂਕਿ ਇਹ ਜਾਣਦਾ ਹੈ ਇਸ ਦਾ ਬਰੇਤੇ ਵਿੱਚ ਫਸਿਆ ਹੋਇਆ ਜਹਾਜ਼। ਹਜੂਰ ਨੇ ਆਪਣਾ ਜਿਸ ਤਰ੍ਹਾਂ ਮੋਢਾ ਲਾ ਕੇ ਉਸ ਨੂੰ ਪਾਰ ਕੰਢੇ ਤੇ ਪਹੁੰਚਾਇਆ ਸੀ। ਮੱਖਣ ਸ਼ਾਹ ਕਹਿੰਦਾ ਹੈ ਹਜੂਰ ਜੇ ਚਿੱਤ ਕਰਕੇ ਵੀ ਕਿਸੇ ਦੇ ਪੱਖ ਵਿੱਚ ਖਲੋ ਜਾਣ, ਸਗਰੀ ਅਵਣੀ ਕੋ ਪਤ ਹੋਣ, ਇਸ ਜੈਸੇ ਕੀ ਗਿਣਤੀ ਕੌਣ। ਉਹ ਸਾਰੀ ਧਰਤੀ ਦਾ ਰਾਜਾ ਬਣ ਜਾਂਦਾ ਹੈ। ਉਹ ਧਰਤੀ ਨੂੰ ਧੀਰਜ ਦੇਣ ਦੇ ਸਮਰੱਥ ਹੋ ਜਾਂਦਾ ਹੈ। ਜਿਸ ਦੇ ਪੱਖ ਵਿੱਚ ਹਜੂਰ ਖੜ ਜਾਣ, ਇਸ ਧੀਰਮਲ ਵਰਗੇ ਦੀ ਕੀ ਗਿਣਤੀ ਹੈ। ਤਦਪ ਮਹਿਮਾ ਸਤਿਗੁਰ ਗਰਵੀ, ਹੋਵਤ ਓਜ ਅਵਗਿਆ ਜਰਵੀ। ਕਹਿੰਦਾ ਹੈ ਮੱਖਣ ਸ਼ਾਹ ਸਤਿਗੁਰਾਂ ਦੀ ਵੱਡੀ ਮਹਿਮਾ ਹੈ। ਇੰਨਾ ਓਜ ਤੇਜ ਪ੍ਰਤਾਪ ਹਜੂਰ ਨੇ ਅੰਦਰ ਹੀ ਸਹਾਰੀ ਬੈਠੇ ਹਨ। ਨਹੀਂ ਜਾਣਾਇਓ ਆਪਣੋ ਆਪ। ਹਜੂਰ ਨੇ ਮਨਾ ਦੇਖ
ਆਪਣਾ ਆਪ ਜਿਨਾਇਆ ਹੀ ਨਹੀਂ। ਜਿਨ ਮਹਿ ਸਮਰੱਥ ਮਹਿਦ ਪ੍ਰਤਾਪ, ਜਿਨ੍ਹਾਂ ਵਿੱਚ ਵੱਡੀ ਸਮਰੱਥਾ ਹੈ ਤੇ ਜਿਨ੍ਹਾਂ ਦਾ ਮਹਾਨ ਪ੍ਰਤਾਪ ਹੈ। ਐਸੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਜਿਸ ਸਮੇਂ ਸਾਧ ਸੰਗਤ ਜੀ ਮੱਖਣ ਸ਼ਾਹ ਨੂੰ ਵੀਰ ਰਸ ਆਇਆ ਸੀ। ਮੱਖਣ ਸ਼ਾਹ ਜੋ ਸ਼ੀਹੇ ਮਸੰਦ ਨੇ ਜਿਸ ਨੇ ਗੋਲੀ ਚਲਾਈ ਸੀ, ਜਾ ਕੇ ਉਹਨਾਂ ਦੇ ਡੇਰੇ ਨੂੰ ਘੇਰਾ ਪਾ ਲਿਆ। ਸਭ ਗੁਰੂ ਘਰ ਦੀਆਂ ਵਸਤੂਆਂ ਵਾਂ ਇਹ ਮੱਖਣ ਸ਼ਾਹ ਨੇ ਸਾਧ ਸੰਗਤ ਜੀ ਫਿਰ ਜਿਸ ਤਰ੍ਹਾਂ ਵਾਪਸ ਕਰਾਈਆਂ। ਉਸ ਜੇ ਸ਼ੀਹੇ ਮਸੰਦ ਨੂੰ ਬੰਦੀ ਬਣਾ ਕੇ ਉਸ ਨੂੰ ਜੂੜ ਕੇ ਗੁਰੂ ਸਾਹਿਬ ਦੇ ਅੱਗੇ ਪੇਸ਼ ਕੀਤਾ ਗਿਆ। ਤੇ ਸਾਧ ਸੰਗਤ ਜੀ ਧੀਰਮਲ ਨੂੰ ਕਿਹਾ ਸੀ ਮੱਖਣ ਸ਼ਾਹ ਨੇ ਕਿ ਤੁਸੀਂ ਗੁਰੂ ਕੀ ਵੰਸ਼ ਵਿੱਚ ਹੋ, ਇਸ ਕਰਕੇ ਆਪ ਜੀਆਂ ਨੂੰ ਕੁਝ ਨਹੀਂ ਕਿਹਾ। ਚਾਹੁੰਦੇ ਤਾਂ ਨਹੀਂ ਤਾਂ ਆਪ ਜੀਆਂ ਨੂੰ ਵੀ ਜਮਾਂ ਦੇ ਧਾਮ ਵਿੱਚ ਭੇਜ ਦਿੰਦੇ। ਮੱਖਣ ਸ਼ਾਹ ਸਾਧ ਸੰਗਤ ਜੀ ਮਨ ਵਿੱਚ ਸੋਚ ਕੇ ਗਿਆ ਸੀ, ਅੱਜ ਜੇ ਸ਼ਹੀਦ ਹੋ ਗਏ ਤਾਂ ਸਿੱਧਾ ਗੁਰਪੁਰੀ ਨੂੰ ਪਿਆਨਾ ਕਰਾਂਗੇ। ਜੇ ਬਚ ਕੇ ਆ ਗਏ ਮਣਾ, ਹਜੂਰ ਦੇ ਜੋ ਇਹਨਾਂ ਨੇ ਬੇਅਦਬੀ ਕੀਤੀ ਹੈ ਉਸ ਦਾ ਬਦਲਾ ਲੈ ਕੇ ਆਉਣਾ ਹੈ। ਜਿਸ ਸਮੇਂ ਹਜੂਰ ਦੇ ਪਾਸ ਸਭ ਵਸਤੂਆਵਾਂ ਲੈ ਕੇ ਆਏ ਹਨ, ਹਜੂਰ ਨੇ ਰੌਲਾ ਸੁਣਿਆ ਹੈ। ਮਹਾਰਾਜ ਜੀਆਂ ਨੇ ਪੁੱਛਿਆ ਕਿ ਮੱਖਣ ਸ਼ਾਹ ਇਹ ਕੀ? ਉਸ ਸਮੇਂ ਮੱਖਣ ਸ਼ਾਹ ਨੇ ਕਿਹਾ ਸੀ, ਹਜੂਰ ਆਪ ਦੇ ਘਰ ਦੀਆਂ ਸਭ ਵਸਤੂਆਵਾਂ ਹਨ, ਮਹਾਰਾਜ ਜੀ ਇਹਨਾਂ ਨੇ ਅਵੱਗਿਆ ਕੀਤੀ ਹੈ। ਉਸ ਸਮੇਂ ਹਜੂਰ ਨੇ ਕਿਹਾ ਸੀ ਮੱਖਣ ਸ਼ਾਹ ਇਹ ਸਭ ਚੀਜ਼ਾਂ ਇਹਨਾਂ ਨੂੰ ਮੋੜ ਦਿੱਤੀਆਂ ਜਾਣ, ਇਹਨਾਂ ਨੂੰ ਰੱਜ ਆ ਜਾਵੇ। ਉੱਥੇ ਹੀ ਮਾਤਾ ਨੇ ਕਿਹਾ ਪੁੱਤਰ ਇਹਨਾਂ ਵਿੱਚ ਆਪਣੇ ਘਰ ਦੀਆਂ ਚੀਜ਼ਾਂ ਹਨ। ਹਜੂਰ ਨੇ ਉਸ ਸਮੇਂ ਕਿਹਾ ਸੀ ਕਿ ਸਭ ਵਸਤੂਆਵਾਂ ਮੋੜ ਦਿੱਤੀਆਂ ਜਾਣ। ਉਸ ਜਗ੍ਹਾ ਤੇ ਸਾਧ ਸੰਗਤ ਜੀ ਜਿਸ ਤਰ੍ਹਾਂ ਬਚਨ ਆਉਂਦੇ ਹਨ, ਮਾਤ ਨਾਨਕੀ ਤਬ ਚੱਲ ਆਈ, ਜਿਸ ਕੇ ਹਿਰਦੇ ਅਦਕ ਰਿਸ ਛਾਈ। ਜਿਸ ਸਮੇਂ ਮਾਤਾ ਨਾਨਕੀ ਜੀ ਹਜੂਰ ਦੇ ਮਾਤਾ ਜੀ ਜਿਸ ਸਮੇਂ ਚੱਲ ਕੇ ਆਉਂਦੇ ਹਨ, ਜਿਨ੍ਹਾਂ ਦੇ ਮਨ ਦੇ ਵਿੱਚ ਸਾਧ ਸੰਗਤ ਜੀ ਹਿਰਦਾ ਬਹੁਤ ਜਿਸ ਤਰ੍ਹਾਂ ਵਿਰਾਗ ਦੇ ਨਾਲ ਭਰਿਆ ਹੋਇਆ ਹੈ। ਧੀਰ ਮਲ ਕੀਨਸ ਅਪਰਾਧੂ, ਤਿਸ ਕੋ ਹਿਤ ਚਹਿ ਪੁਨ ਇਹ ਸਾਧੂ। ਮਾਤਾ ਜੀ ਕਹਿੰਦੇ ਹਨ ਮੱਖਣ ਸ਼ਾਹ ਧੀਰਮਲ ਨੇ ਵੱਡਾ ਅਪਰਾਧ ਕੀਤਾ ਹੈ, ਪਰ ਫਿਰ ਵੀ ਹਜੂਰ ਇਹ ਸਾਧੂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਦਾ ਹੀ ਸਰਬ ਦਾ ਭਲਾ ਚਾਹੁੰਦੇ ਹਨ। ਹਜੂਰ ਤਾਂ ਫਿਰ ਵੀ ਉਹਨਾਂ ਦੇ ਭਾਵ ਭਲਾ ਹੀ ਚਾਹੁੰਦੇ ਹਨ। ਸ਼ਮੀ ਪੁਰਖ ਮੈਂ ਪੁਰਖ ਪ੍ਰਧਾਨ, ਮਹਾਰਾਜ ਜੀ ਸ਼ਮੀਆਂ ਦੇ ਵਿੱਚੋਂ ਭਾਵ ਮਾਫ ਕਰਨ ਵਾਲਿਆਂ ਦੇ ਮਹਾਰਾਜ ਜੀ ਪ੍ਰਧਾਨ ਹਨ। ਜੋਗ ਦੰਡ ਕੋ ਸਤਰ ਵਿਸਾਲਾ, ਜਵਾਲਾ ਬੰਮਣੀ ਹਿਤ ਤਿਸ ਕਾਲਾ। ਮਾਤਾ ਜੀ ਕਹਿੰਦੀ ਹੈ ਇਹ ਛਤਰੂ ਭਾਵ ਧੀਰਮਲ ਮਹਾਰਾਜ ਜੀ ਨੂੰ ਜਿਸ ਤਰ੍ਹਾਂ ਮਾਤਾ ਜੀ ਆ ਕੇ ਕਹਿੰਦੇ ਹਨ ਕਿ ਉਹ ਤਾਂ ਦੰਡ ਦੇਣ ਦੇ ਸਥਾਨ ਤੇ ਹੈ, ਉਸਨੇ ਜਵਾਲਾ ਬੱਬਣੀ ਭਾਵ ਬੰਦੂਕ ਆਪ ਤੇ ਜਿਸ ਤਰ੍ਹਾਂ ਚਲਾਈ ਸੀ ਗੋਲੀ, ਪ੍ਰਾਣ ਹਾਨ ਲਗ ਕੀਨ ਖੁਟਾਈ, ਹਮ ਘਰ ਕੀ ਸਭ ਬਸਤ ਲੁਟਾਈ। ਆਪ ਜੀਆਂ ਦੇ ਪ੍ਰਾਣ ਤਿੱਕਰ ਉਹਨਾਂ ਨੇ ਹਾਨ ਪਹੁੰਚਾਉਣ ਦੀ ਜਿਸ ਤਰ੍ਹਾਂ ਅਵੱਗਿਆ ਕੀਤੀ ਹੈ, ਫਿਰ ਵੀ ਆਪ ਚਾਹੁੰਦੇ ਹੋ ਆਪਣੇ ਘਰ ਦੀਆਂ ਸਭ ਵਸਤੂਆਵਾਂ ਮੋੜ ਦਿੱਤੀਆਂ ਜਾਣ। ਹਾਥ ਜੋਰ ਪਰ ਬੰਧਨ ਠਾਨੀ, ਬੈਠੀ ਮਾਤਾ ਪਰਮ ਸੋ ਸਿਆਣੀ। ਜਿਸ ਸਮੇਂ ਮਾਤਾ ਜੀ ਐਸੇ ਬਚਨ ਕਹਿ ਕੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਪਾਸ ਬੈਠੇ ਹਨ, ਉਸ ਸਮੇਂ ਸਾਧ ਸੰਗਤ ਜੀ ਹਜੂਰ ਨੇ ਜੋ ਅੱਜ ਵਾਲਾ ਸ਼ਬਦ ਹੈ ਇਹ ਉਚਾਰਿਆ ਹੈ। ਜਿਸ ਸਮੇਂ ਮਾਤਾ ਨੇ ਆਖਿਆ ਪੁੱਤਰ ਆਪਣੇ ਘਰ ਦੀਆਂ ਤਾਂ ਵਸਤੂਆਂ ਰੱਖ ਲਈਏ, ਉਸ ਸਮੇਂ ਹਜੂਰ ਨੇ ਜੋ ਬਚਨ ਉਚਾਰਿਆ ਹੈ ਆਓ ਸ਼ਰਵਣ ਕਰਨਾ ਕਰੀਏ। ਮਾਈ ਮੈਂ ਤਨ ਪਾਇਓ ਹਰ ਨਾਮ। ਉਸ ਸਮੇਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਚਾਰਨ ਕਰਦੇ ਹਨ, ਮਾਈ ਧੰਨ ਧੰਨ ਮਾਤਾ ਨਾਨਕੀ ਜੀਆਂ ਦੇ ਪ੍ਰਸਥਾਏ ਹਜੂਰ ਕਹਿੰਦੇ ਹਨ ਮੈਂ ਧਨ ਪਾਇਓ ਹਰ ਨਾਮ। ਮਾਤਾ ਜੀ ਅਸੀਂ ਜੋ ਸਭ ਤੋਂ ਵੱਡਾ ਧਨ ਹੈ ਅਕਾਲ ਪੁਰਖ ਵਾਹਿਗੁਰੂ ਦਾ ਨਾਮ, ਉਸ ਨੂੰ ਅਸੀਂ ਪ੍ਰਾਪਤ ਕੀਤਾ ਹੈ। ਮਨ ਮੇਰੋ ਤਾਵਨ ਤੇ ਛੁਟਿਓ। ਮਾਤਾ ਜੀ ਹੁਣ ਜੋ ਸਾਡਾ ਮਨ ਹੈ ਇਹ ਹੁਣ ਇੱਧਰ ਉੱਧਰ ਨਹੀਂ ਧੌਂਦਾ, ਸੰਸਾਰੀ ਪਦਾਰਥਾਂ ਵਿੱਚ ਨਹੀਂ ਜਾਂਦਾ। ਕਰ ਬੈਠੋ ਵਿਸਰਾਮ। ਮਾਤਾ ਜੀ ਸਾਡੇ ਮਨ ਨੇ ਹੁਣ ਵਿਸਰਾਮ ਠਾਣ ਲਈ ਹੈ। ਉੱਥੇ ਹਜੂਰ ਨੇ ਸਾਧ ਸੰਗਤ ਜੀ ਜੋ ਬ੍ਰਹਮ ਗਿਆਨ ਦੇ ਉਪਦੇਸ਼ ਦਿੱਤੇ ਸਨ ਸੰਗਤਾਂ ਨੂੰ,
ਕਵੀ ਭਾਈ ਸੰਤੋਖ ਸਿੰਘ ਜੀਆਂ ਨੇ ਬੜੇ ਹੀ ਪ੍ਰੇਮ ਨਾਲ ਲਿਖੇ ਹਨ। ਮਹਾਰਾਜ ਜੀਆਂ ਨੇ ਆਖਿਆ ਸੀ, ਜੋ ਇਹ ਮਾਇਆ ਹੈ ਇਹ ਦੁੱਖਾਂ ਦਾ ਕਾਰਨ ਹੈ, ਜਿਸ ਦੇ ਪਾਸ ਵੀ ਜਾਂਦੀ ਹੈ ਦੁੱਖ ਹੀ ਦਿੰਦੀ ਹੈ। ਮਹਾਰਾਜ ਜੀਆਂ ਨੇ ਆਖਿਆ ਸੀ, ਇਸ ਮਾਇਆ ਨੂੰ ਕੋਈ ਨਹੀਂ ਛਲ ਸਕਿਆ, ਨਾ ਹੀ ਕੋਈ ਮਾਇਆ ਨੂੰ ਜਿੱਤ ਸਕਿਆ ਹੈ। ਐਸੇ ਮਹਾਰਾਜ ਜੀਆਂ ਨੇ ਉਪਦੇਸ਼ ਦਿੱਤੇ ਹਨ। ਹਜੂਰ ਕਹਿੰਦੇ ਹਨ, ਮਾਈ ਮੈਂ ਧਨ ਪਾਇਓ ਹਰ ਨਾਮ। ਮਾਤਾ ਜੀ ਅਸੀਂ ਤਾਂ ਜੋ ਸਭ ਤੋਂ ਵੱਡਾ ਧਨ ਹੈ। ਜਿਸ ਸਮੇਂ ਮਾਤਾ ਨੇ ਆਖਿਆ, ਪੁੱਤਰ ਸਭ ਆਪਣਾ ਧਨ ਉਹ ਲੈ ਗਏ ਹਨ, ਉਸ ਸਮੇਂ ਹਜ਼ੂਰ ਨੇ ਕਿਹਾ ਸੀ, ਅਸੀਂ ਐਸਾ ਧਨ ਪਾ ਲਿਆ ਹੈ ਜਿਸ ਧਨ ਨੂੰ ਕੋਈ ਚੋਰ ਡਾਕੂ ਲੁਟੇਰਾ ਲੁੱਟ ਨਹੀਂ ਸਕਦਾ। ਜਿਸ ਧਨ ਦੇ ਭਾਵ ਪ੍ਰਾਪਤ ਕਰਨ ਨਾਲ ਜੇ ਸੰਸਾਰੀ ਧਨ ਪ੍ਰਾਪਤ ਕਰੀਏ ਦੁੱਖ ਹੀ ਮਿਲਦੇ ਹਨ। ਪਰ ਮਾਤਾ ਜੀ ਜੋ ਅਸੀਂ ਧਨ ਪ੍ਰਾਪਤ ਕੀਤਾ ਹੈ, ਮਨ ਮੇਰਾ ਧਾਵਣ ਤੇ ਛੂਟਿਓ। ਸਾਡਾ ਮਨ ਹੁਣ ਅਸਥਿਤਤਾ ਪਕੜ ਗਿਆ ਹੈ, ਹੁਣ ਠਹਿਰ ਗਿਆ ਹੈ, ਹੁਣ ਸਾਡਾ ਮਨ ਕਿਤੇ ਧੌਂਦਾ ਨਹੀਂ। ਕਰ ਬੈਠੋ ਵਿਸਰਾਮ। ਸਾਡੇ ਮਨ ਨੇ ਹੁਣ ਵਿਸਰਾਮ ਪਕੜ ਲਿਆ ਹੈ ਆਰੰਭ ਤੋਂ ਹੀ। ਮਾਈ ਮੈਂ ਤਨ ਪਾਇਓ ਹਰ ਨਾਮ। ਮਾਈ ਸਾਧ ਸੰਗਤ ਜੀ, ਜੋ ਮੈਂ ਧਨ ਪਾਇਓ ਹਰ ਨਾਮ। ਜੇ ਸੰਸਾਰ ਦੀ ਹਾਲਤ ਦੇਖੀ ਜਾਵੇ, ਬਾਜਾਂ ਵਾਲੇ ਪਿਤਾ ਜੀ ਜਿਸ ਤਰ੍ਹਾਂ ਬਚਨ ਆਉਂਦੇ ਹਨ, ਧਨ 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 ਕੋ ਭਾਖੀਐ ਜਾ ਕਾ ਜਗਤ ਗੁਲਾਮ। ਹਜੂਰ ਕਹਿੰਦੇ ਹਨ, ਧਨ ਧਨ ਤਾਂ ਧਨ ਇਸ ਮਾਇਆ ਨੂੰ ਕਹਿਣਾ ਚਾਹੀਦਾ ਹੈ, ਜਿਸ ਦਾ ਸਾਰਾ ਜਗਤ ਹੀ ਗੁਲਾਮ ਹੈ। ਮਾਇਆ ਦੀ ਪਕੜ ਵਿੱਚ ਸਾਰਾ ਜਗਤ ਫਿਰਦਾ ਹੈ। ਸਭ ਨਿਰਖਤ ਜਾ ਕੋ ਫਿਰੈ ਸਭ ਚੱਲ ਕਰਤ ਸਲਾਮ। ਜੋ ਮਾਇਆ ਵਾਲਾ ਹੁੰਦਾ ਹੈ, ਜੋ ਧਨਵਾਨ ਪੁਰਸ਼ ਹੁੰਦਾ ਹੈ, ਸਭ ਉਸ ਨੂੰ ਸਾਧ ਸੰਗਤ ਜੀ ਸਰਦਾਰ ਜੀ ਕਹਿੰਦੇ ਹਨ। ਸਭ ਉਹਦੇ ਮੁਖ ਵੱਲ ਤੱਕਦੇ ਹਨ। ਸਭ ਨਿਰਖਤ ਜਾ ਕੋ ਫਿਰੈ ਸਭ ਉਹਦੇ ਵੱਲ ਤੱਕਦੇ ਹਨ ਤੇ ਸਭ ਚੱਲ ਕਰਤ ਸਲਾਮ। ਮਾਇਆ ਵਾਲੇ ਨੂੰ ਸਾਧ ਸੰਗਤ ਜੀ ਇਸ ਸੰਸਾਰ ਦੇ ਵਿੱਚ ਸਭ ਜਾ ਕੇ ਸਲਾਮਾ ਕਰਦੇ ਹਨ। ਪਰ ਹਜੂਰ ਕਹਿੰਦੇ ਹਨ, ਧਨ ਅਰ ਭੂਮ ਪੁਰਾਤਨ ਵੈਰਾ। ਇਸ ਧਰਤੀ ਦਾ ਤੇ ਭੂਮੀ ਦਾ ਪੁਰਾਣੇ ਸਮੇਂ ਤੋਂ ਵੈਰ ਚੱਲਦਾ ਆ ਰਿਹਾ ਹੈ। ਜਿਨ ਕਾ ਮੂਆ ਕਰਤ ਜਗ ਘੇਰਾ। ਜਿਸ ਦਾ ਮੁਇਆ ਹੋਇਆ ਇਸ ਧਨ ਦਾ ਭਾਵ ਪੈਸੇ ਦਾ ਤੇ ਧਰਤੀ ਦਾ ਜਗ ਵਾਰ ਸਾਧ ਸੰਗਤ ਜੀ ਗੇੜਿਆਂ ਵਿੱਚ 84 ਲੱਖ ਜੂਨਾਂ ਦੇ ਚੱਕਰ ਵਿੱਚ ਪਿਆ ਹੋਇਆ ਹੈ। ਮੋਹ ਬਾਦ ਅਹੰਕਾਰ ਪਸਾਰਾ ਕਾਮ ਕ੍ਰੋਧ ਜੀਤਾ ਜਗ ਸਾਰਾ। ਮਹਾਰਾਜ ਜੀ ਕਹਿੰਦੇ ਹਨ, ਇਹ ਧਨ ਦਾ ਮੋਹ ਫਿਰ ਜੋ ਲੜਾਈ ਝਗੜੇ ਬਾਅਦ ਬੰਦਾ ਕਰਦਾ ਹੈ, ਅਹੰਕਾਰ ਕਰਦਾ ਹੈ ਆਪਣੇ ਧਨ ਦਾ, ਇਹ ਸਭ ਪਸਾਰੇ ਦਾ ਹੱਥ ਫੁਲਾ ਕੇ ਕਹਿੰਦਾ ਹੈ, ਉਹ ਜਿੱਥੇ ਤਿੱਕਰ ਨਿਗਾਹ ਜਾਂਦੀ ਹੈ ਸਭ ਆਪਣੀ ਭੂਮੀ ਹੈ। ਕਾਮ ਕ੍ਰੋਧ ਜੀਤਾ ਜਗ ਸਾਰਾ। ਮਹਾਰਾਜ ਜੀ ਕਹਿੰਦੇ ਹਨ, ਇਸ ਕਾਮ ਤੇ ਕ੍ਰੋਧ ਨੇ ਸਾਰਾ ਜਗ ਹੀ ਜਿੱਤ ਲਿਆ ਹੈ। ਜਿਸ ਤਰ੍ਹਾਂ ਹਜੂਰ ਕਹਿੰਦੇ ਹਨ, ਆ ਕੇ ਤੂੰ ਪੁੱਛਦਾ ਹੈ ਹਜੂਰ ਪਾਸ ਹਜੂਰ ਮੁਕਤੀ ਦਵੋ। ਹਜੂਰ ਕਹਿੰਦੇ ਹਨ, ਮੁਕਤ ਪੰਥ ਜਾਣਿਓ ਤੈ ਨਾਹਨ ਧਨ ਜੋਰਨ ਕੋ ਧਾਇਆ। ਹਜੂਰ ਕਹਿੰਦੇ ਹਨ, ਮੁਕਤੀ ਦਾ ਪੰਥ ਜੋ ਮਾਰਗ ਸੀ ਉਹ ਤਾਂ ਤੂੰ ਕਦੇ ਜਾਣਿਆ ਹੀ ਨਹੀਂ। ਹਜੂਰ ਕਿਵੇਂ ਜਾਣਿਆ ਜਾਣਾ ਸੀ? ਮਹਾਰਾਜ ਜੀ ਕਹਿੰਦੇ ਹਨ, ਜੇ ਸਤ ਸੰਗਤ ਵਿੱਚ ਆਉਂਦਾ, ਹਜੂਰ ਦਾ ਉਪਦੇਸ਼ ਸੁਣਦਾ, ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਧਾਇਆ। ਤੈਨੂੰ ਪਤਾ ਲੱਗਣਾ ਸੀ ਇਸ ਧਨ ਨੇ ਤੇਰੇ ਨਾਲ ਅੰਤਲੇ ਸਮੇਂ ਵਿੱਚ ਸਾਥ ਨਹੀਂ ਉਹ ਦੇਣਾ। ਤੂੰ ਵਿਅਰਥ ਹੀ ਆਪਣੇ ਆਪ ਨੂੰ ਇਹਦੇ ਨਾਲ ਬੰਧਾ ਛੱਡਿਆ ਹੈ। ਨਾ ਹਰ ਭਜਿਓ ਨਾ ਗੁਰਜਨ ਸੇਵਿਓ। ਹਜੂਰ ਕਹਿੰਦੇ ਹਨ, ਦੇਖ ਇਸ ਧਨ ਦੀ ਖਾਤਰ ਤੂੰ ਨਾ ਅਕਾਲ ਪੁਰਖ ਵਾਹਿਗੁਰੂ ਦੀ ਭਜਨ ਬੰਦਗੀ ਕੀਤੀ ਹੈ, ਨਾ ਗੁਰਜਨ ਸੇਵਿਓ, ਨਾ ਹੀ ਵਾਹਿਗੁਰੂ ਗੁਰੂ ਦੇ ਸਿੱਖਾਂ ਦੀ ਤੂੰ ਸੇਵਾ ਕੀਤੀ ਹੈ। ਨਹਿ ਉਪਜਿਓ ਕਛ ਗਿਆਨਾ, ਤੇ ਤੈਨੂੰ ਕੁਝ ਗਿਆਨ ਵੀ ਨਹੀਂ ਉਪਜਿਆ। ਹਜੂਰ ਗਿਆਨ ਕਿਵੇਂ ਉਪਜਣਾ ਸੀ? ਹਜੂਰ ਕਹਿੰਦੇ ਹਨ, ਜੇ ਤੂੰ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰਦਾ, ਜੇ ਤੂੰ ਭਜਨ ਕਰਦਾ, ਤੈਨੂੰ ਸ੍ਰੇਸ਼ਟ ਗਿਆਨ ਗੁਰ ਗਿਆਨ ਅਰ ਧਿਆਨ ਤਤ ਸਿਉ ਤਤ ਮਿਲਾਵੈ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਹਜੂਰ ਸਾਧ ਸੰਗਤ ਜੀ ਨਿਰਗੁਣ ਸਰੂਪ ਦਾ ਗਿਆਨ, ਸਰਗੁਣ ਸਰੂਪ ਦਾ ਧਿਆਨ ਜੋ ਤਤਾਂ ਵਿੱਚ ਤਤ ਮਿਲਾ ਦਿੰਦਾ ਹੈ। ਹਜੂਰ ਦੇ ਦਰਬਾਰ ਵਿੱਚ ਐਸੀ ਸਿੱਖਿਆ ਮਿਲਦੀ ਹੈ। ਮਹਾਰਾਜ ਜੀ ਕਹਿੰਦੇ ਹਨ, ਸੋਇਨਾ ਰੂਪਾ ਰੰਗਲਾ ਮੋਤੀ ਤੈ ਮਾਣਕ ਜੀਓ। ਇਹ ਜੋ ਸੋਨਾ ਹੈ, ਰੂਪਾ ਚਾਂਦੀ, ਮੋਤੀ ਤੇ ਮਾਣਕ ਜੋ ਇਹ ਮਹਾਨ ਵਸਤੂਆਂ ਹਨ,
ਸੇ ਵਸਤੂ ਸਹਿ ਦਿੱਤੀਆਂ, ਮੈਂ ਤਿਨ ਸਿਉ ਲਾਇਆ ਚਿੱਤ ਜੀਓ। ਹਜੂਰ ਅੱਗੇ ਅਰਦਾਸ ਕਰਿਆ ਕਰ ਮਹਾਰਾਜ ਜੀ, ਇਹ ਸਾਰੀਆਂ ਵਸਤੂਆਂ ਤੁਸੀਂ ਮੇਰੇ ਤੇ ਖੁਸ਼ ਹੋ ਕੇ ਮੈਨੂੰ ਦਿੱਤੀਆਂ ਸੀ, ਪਰ ਹਜੂਰ ਮੈਂ ਲਾਉਣਾ ਤਾਂ ਚਾਹੀਦਾ ਸੀ ਜਿੰਨੇ ਮੈਨੂੰ ਇਹ ਚੀਜ਼ਾਂ ਦਿੱਤੀਆਂ ਉਹਦੇ ਵਿੱਚ ਮਨ, ਪਰ ਹਜੂਰ ਮੇਰਾ ਮਨ ਤਾਂ ਇਹਨਾਂ ਚੀਜ਼ਾਂ ਵਿੱਚ ਲੱਗ ਗਿਆ ਹੈ। ਹਾਂ ਇੰਨੀ ਟੋਲੀ ਭੁੱਲੀਐਸ ਤਿਸ ਕੰਤ ਨਾ ਬੈਠੀ ਪਾਸ ਜੀਓ। ਮਹਾਰਾਜ ਜੀ ਹੋਰ ਮਾਇਆ ਇਕੱਠੀ ਕਰਦਾ ਕਰਦਾ ਹਜੂਰ ਸਾਰਾ ਦਿਨ ਕੰਮ ਕਰਕੇ ਥੱਕ ਕੇ ਘਰੇ ਸੌਂ ਜਾਂਦਾ ਹਾਂ। ਆਪ ਜੀਆਂ ਦੇ ਦਰਬਾਰ ਵਿੱਚ ਮਹਾਰਾਜ ਜੀ ਕਦੇ ਬੈਠਾ ਹੀ ਨਹੀਂ, ਜਿੱਥੇ ਜਾ ਕੇ ਇਹ ਸਿੱਖਿਆ ਮਿਲਣੀਆਂ ਸਨ। ਮਹਾਰਾਜ ਜੀ ਜੇ ਮੈਂ ਬੈਠਦਾ ਹਾਂ ਮੇਰਾ ਮਨ ਮਹਾਰਾਜ ਜੀ 5 ਮਿੰਟ ਬੈਠਦਾ ਹਾਂ, ਘੜੀ ਵੱਲ ਦੇਖਦਾ ਹਾਂ ਕਿਤੇ ਘੰਟਾ ਤਾਂ ਨਹੀਂ ਲੰਘ ਗਿਆ। ਐਸੀ ਮਨ ਦੀ ਹਾਲਤ ਹੈ। ਪਗਾ ਬਿਨ ਹੁਰੀਆਂ ਮਾਰਤਾ, ਬਦਨੈ ਬਿਨ ਖਿਰ ਖਿਰ ਹਾਸਤਾ। ਪੈਰਾਂ ਤੋਂ ਬਿਨਾਂ ਹੀ ਮਹਾਰਾਜ ਜੀ ਕਿਤੇ ਦੇਸ਼ ਦਿਸ਼ਾਂਤਰਾਂ ਵਿੱਚ ਚਲੇ ਜਾਂਦਾ ਹੈ, ਮੁਖ ਤੋਂ ਬਿਨਾਂ ਹੀ ਅੰਦਰ ਹੱਸਦਾ ਰਹਿੰਦਾ ਹੈ। ਐਸੀ ਹਾਲਤ ਹੈ। ਮਹਾਰਾਜ ਜੀ ਕਿਰਪਾ ਕਰੋ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ, ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ। ਇਹ ਜੋ ਮਾਇਆ ਦਾ ਪਸਾਰਾ ਹੈ ਬੜੀ ਤੇਜ ਪ੍ਰਚੰਡ ਅਗਨੀ ਦੀ ਨਿਆਈ ਹੈ। ਇਹ ਮਾਇਆ ਜਿਤ ਹਰ ਵਿਸਰੈ। ਇਹ ਮਾਇਆ ਸਾਧ ਸੰਗਤ ਜੀ ਕੀ ਕੰਮ ਕਰਦੀ ਹੈ? ਇਸ ਦੇ ਪ੍ਰਾਪਤ ਹੋਣ ਨਾਲ ਅਕਾਲ ਪੁਰਖ ਵਾਹਿਗੁਰੂ ਨੂੰ ਬੰਦਾ ਵਸਾਰ ਦਿੰਦਾ ਹੈ। ਮੋਹ ਉਪਜੈ, ਇਸ ਦੇ ਵਿੱਚ ਫਿਰ ਮੋਹ ਉਪਜਦਾ ਹੈ। ਥੋੜਾ ਹੋਰ ਕੰਮ ਕਰ ਲਈਏ, ਹੋਰ ਕੰਮ ਕਰ ਲਈਏ, ਭਾਉ ਦੂਜਾ ਲਾਇਆ, ਦੂਜੇ ਭਾਵ ਵਿੱਚ ਲੱਗ ਜਾਂਦਾ ਹੈ ਕਿ ਅਸਲੀ ਸੁੱਖ ਤਾਂ ਇਸ ਮਾਇਆ ਦੇ ਕਮਾਉਣ ਵਿੱਚ ਹਨ। ਇਹਨਾਂ ਨੂੰ ਖਰੇ ਕਿੰਨੇ ਦੱਸ ਛੱਡਿਆ ਹੈ? ਇੰਨਾ ਲੰਮਾ ਸਮਾਂ ਕਥਾ ਕੀਰਤਨ ਕਰੋ। ਹਜੂਰ ਕਹਿੰਦੇ ਹਨ, ਕਹੋ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੈ ਮਾਇਆ ਪਾਇਆ। ਹਜੂਰ ਜਿੰਦੇ ਤੇ ਕਿਰਪਾ ਕਰਦੇ ਹਨ। ਇਸ ਮਾਇਆ ਦੇ ਬੰਧਨਾਂ ਨੂੰ ਤੋੜਦੇ ਹੋਏ ਮਹਾਰਾਜ ਜੀਆਂ ਦੇ ਪ੍ਰੇਮ ਵਾਲੇ ਗੁਰਸਿੱਖ ਮਾਇਆ ਦੇ ਵਿੱਚ ਰਹਿੰਦੇ ਹੋਏ ਹੀ, ਜਿਸ ਤਰ੍ਹਾਂ ਕਮਲ ਦਾ ਫੁੱਲ ਰਹਿੰਦਾ ਤਾਂ ਚਿੱਕੜ ਵਿੱਚ ਹੈ, ਪਰ ਚਿੱਕੜ ਉਸ ਦੇ ਪੰਖਾਂ ਨੂੰ ਨਹੀਂ ਛੂੰਹਦਾ। ਗੁਰਸਿੱਖ ਸੰਸਾਰ ਵਿੱਚ ਰਹਿੰਦੇ ਹਨ, ਸਭ ਕਾਰ ਵਿਹਾਰ ਕਰਦੇ ਹਨ, ਫਿਰ ਵੀ ਮਹਾਰਾਜ ਜੀ ਕਹਿੰਦੇ ਹਨ, ਨਾਮ ਦੀ ਓਟ ਲੈ ਕੇ ਹਜੂਰ ਦੇ ਸ਼ਬਦ ਦੀ ਕਮਾਈ ਕਰਕੇ ਮਾਈ ਮੈਂ ਧਨ ਪਾਇਓ ਹਰ ਨਾਮ। ਜੋ ਸਭ ਤੋਂ ਸ੍ਰੇਸ਼ਟ ਧਨ ਹਰੀ ਦਾ ਨਾਮ ਹੈ, ਉਸ ਨੂੰ ਪਾ ਕੇ ਸੁਰਖਰੂ ਹੋ ਕੇ, ਜਿਸ ਤਰ੍ਹਾਂ ਮਹਾਰਾਜ ਜੀ ਕਹਿੰਦੇ ਹਨ, ਇਸ ਲੋਕ ਤੋਂ ਜਾਂਦੇ ਹਨ। ਹਜੂਰ ਨੂੰ ਪੁੱਛੀਏ ਮਹਾਰਾਜ ਜੀ, ਆਪ ਜੀਆਂ ਦੇ ਗੁਰਸਿੱਖ ਹਜੂਰ ਕਿਹੜਾ ਧਨ ਇਕੱਤਰ ਕਰਦੇ ਹਨ? ਮਹਾਰਾਜ ਜੀ ਫਰਮਾਉਂਦੇ ਹਨ, ਮਾਈ ਮੈਂ ਤਨ ਪਾਇਓ ਹਰ ਨਾਮ। ਮਹਾਰਾਜ ਜੀ ਕਹਿੰਦੇ ਹਨ, ਸਾਡੇ ਗੁਰਸਿੱਖ ਮਹਾਰਾਜ ਜੀ ਕਹਿੰਦੇ ਹਨ, ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ। ਜਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ, ਉਹਨਾਂ ਨੇ ਜਾਣ ਲਿਆ ਹੈ ਕਿ ਹਰੀ ਹੀ ਸਾਡੀ ਰਾਸ ਪੂੰਜੀ ਹੈ, ਧਨ ਦੌਲਤ ਹੈ, ਤੇ ਜੋ ਸਾਡਾ ਮਨ ਹੈ ਇੱਥੇ ਵਣਜਾਰਾ ਵਪਾਰ ਕਰਨ ਲਈ ਆਇਆ ਹੈ। ਇਹ ਤੁਹਾਨੂੰ ਕਿਵੇਂ ਪਤਾ ਲੱਗਾ ਗੁਰਸਿੱਖੋ? ਕਹਿੰਦੇ ਹਨ, ਸਤਿਗੁਰ ਤੇ ਰਾਸ ਜਾਣੀ। ਇਹ ਸਾਨੂੰ ਸਤਿਗੁਰਾਂ ਦੀ ਸ਼ਬਦ ਦੀ ਕਮਾਈ ਰਾਹੀਂ ਪਤਾ ਲੱਗਾ ਹੈ। ਹਜੂਰ ਦੇ ਦਰਬਾਰ ਵਿੱਚ ਬੈਠਣ ਨਾਲ ਪਤਾ ਲੱਗਾ ਹੈ ਕਿ ਇਹ ਅਸਲੀ ਪੂੰਜੀ ਹੈ, ਨਾਮ ਦੀ ਪੂੰਜੀ। ਹਰ ਹਰ ਨਿਤ ਜਪਿਓ ਜੀਹੋ, ਲਾਹਾ ਖਟਿਓ ਦਿਹਾੜੀ। ਗੁਰਸਿੱਖੋ, ਇਹ ਤੁਸੀਂ ਸਤਿਗੁਰਾਂ ਤੋਂ ਤਾਂ ਜਾਣੀ ਹੈ, ਪਰ ਇਸ ਵਪਾਰ ਦੇ ਵਿੱਚ ਲਾਹਾ ਕਿੱਦਾਂ ਪ੍ਰਾਪਤ ਹੁੰਦਾ ਹੈ? ਗੁਰਸਿੱਖ ਕਹਿੰਦੇ ਹਨ, ਜਦੋਂ ਅਸੀਂ ਹਰ ਹਰ ਜਪਦੇ ਹਾਂ, ਇੱਕ ਵਾਰੀ ਵਾਹਿਗੁਰੂ ਕਹਿੰਦੇ ਹਾਂ। ਜਿਸ ਤਰ੍ਹਾਂ ਸ਼ਾਹੂਕਾਰ ਨੂੰ ਕਿਸੇ ਨੇ ਪੁੱਛਿਆ ਸੀ, ਸ਼ਾਹੂਕਾਰਾ ਤੂੰ ਵਾਰ-ਵਾਰ ਧਨ ਗਿਣ ਕੇ ਇੰਨਾ ਖੁਸ਼ ਕਿਉਂ ਹੁੰਦਾ ਹੈ? ਕਹਿੰਦਾ ਹੈ, ਜਦੋਂ ਮੈਂ ਦੇਖਦਾ ਹਾਂ ਮੇਰੇ ਧਨ ਵਿੱਚ ਵਾਧਾ ਹੁੰਦਾ ਹੈ। ਕਹਿੰਦਾ ਹੈ, ਮੈਂ ਖੁਸ਼ ਹੁੰਦਾ ਹਾਂ। ਗੁਰਸਿੱਖ ਨੂੰ ਫਿਰ ਸ਼ਾਹੂਕਾਰ ਪੁੱਛਦਾ ਹੈ, ਤੂੰ ਹਰ ਸਮੇਂ ਕਿਵੇਂ ਇੰਨਾ ਖੁਸ਼ ਰਹਿੰਦਾ ਹੈ? ਗੁਰਸਿੱਖ ਕਹਿੰਦਾ ਹੈ, ਹਰ ਹਰ ਜਦੋਂ ਮੈਂ ਪਹਿਲੀ ਵਾਰੀ ਹਰ ਕਹਿੰਦਾ ਹਾਂ, ਉਸ ਤੋਂ ਬਾਅਦ ਦੂਸਰੀ ਵਾਰ ਕਹਿੰਦਾ ਹਾਂ, ਮੇਰੇ ਵੀ ਧਨ ਵਿੱਚ ਵਾਧਾ ਹੁੰਦਾ ਹੈ। ਵਾਹਿਗੁਰੂ ਨਾਮ ਦੇ ਵਿੱਚ ਹਰ ਹਰ ਨਿਤ ਜਪਿਓ ਜੀਹੋ, ਲਾਹਾ ਖਟਿਓ ਦਿਹਾੜੀ। ਕਹਿੰਦਾ ਹੈ ਗੁਰਸਿੱਖ, ਮੈਂ ਇਸ ਦਿਹਾੜੀ ਭਾਵ ਸਾਰੇ ਦਿਨ ਦਾ ਲਾਹਾ ਖੱਟਦਾ ਹਾਂ, ਇੱਕ ਵੀ ਸਵਾਸ ਗੁਰਸਿੱਖ ਕਹਿੰਦਾ ਹੈ ਮੈਂ ਅਜਾਹੀ ਨਹੀਂ ਗਵਾਉਂਦਾ। ਇਹੋ ਧਨ ਤਿਨਾ ਮਿਲਿਆ। ਸ਼ਾਹੂਕਾਰ ਕਹਿੰਦਾ ਹੈ, ਇਹ ਧਨ ਕਿਹਨਾਂ ਨੂੰ ਮਿਲਦਾ ਹੈ? ਗੁਰਸਿੱਖ ਕਹਿੰਦਾ ਹੈ, ਇਹ ਧਨ ਉਹਨਾਂ ਨੂੰ ਮਿਲਦਾ ਹੈ
ਜਿਨ ਹਰ ਆਪੇ ਭਾਣਾ। ਜਿੰਦੇ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪ੍ਰਸੰਨ ਹੋ ਜਾਂਦੇ ਹਨ। ਸੰਸਾਰ ਵੱਲ ਜੇ ਦੇਖੀਏ, ਜੇ ਪੁੱਛੀਏ ਕੀ ਹਾਲ ਚਾਲ ਨੇ ਤੁਹਾਡੇ, ਜੇ ਤਾਂ ਘਰ ਵਿੱਚ ਮਾਇਆ ਵਾਧੂ ਹੋਵੇ, ਕਹਿੰਦੇ ਹਨ ਮਹਾਰਾਜ ਜੀਆਂ ਦੀ ਕਿਰਪਾ ਹੈ, ਚੜ੍ਹਦੀ ਕਲਾ ਹੈ। ਜੇ ਪੁੱਤਰ ਬਾਹਰ ਗਿਆ ਹੋਵੇ ਤਾਂ ਵੀ ਕਹਿੰਦੇ ਹਨ ਚੜ੍ਹਦੀ ਕਲਾ ਹੈ। ਪਰ ਹਜੂਰ ਦੀ ਗੁਰਬਾਣੀ ਕਹਿੰਦੀ ਹੈ, ਜਿਹੇ ਸਤਿਗੁਰ ਸੋ ਪ੍ਰਸੰਨ, ਸ਼ਬਦ ਲਗ ਭਵਜਲ ਤਾਰੇ। ਜਿਨ੍ਹਾਂ ਤੇ ਹਜੂਰ ਵਿਸ਼ੇਸ਼ ਕਰਕੇ ਪ੍ਰਸੰਨ ਹੁੰਦੇ ਹਨ, ਉਹਨਾਂ ਦੇ ਝੋਲੀ ਵਿੱਚ ਸ਼ਬਦ ਦੀ ਦਾਤ ਪਾਉਂਦੇ ਹਨ। ਇਸ ਭੈਦਾਇਕ ਸੰਸਾਰ ਤੋਂ ਹਜੂਰ ਪਾਰ ਲੰਘਾ ਦਿੰਦੇ ਹਨ। ਪਰ ਜੇ ਦੇਖਿਆ ਜਾਵੇ, ਸਾਰੀ ਕਹਿੰਦੇ ਹਨ ਜੇ ਮਾਇਆ ਘੱਟ ਹੋਵੇ, ਕਹਿੰਦੇ ਹਨ ਕੋਈ ਹਾਲ ਨਹੀਂ, ਮਾੜੀ ਹਾਲ ਨੇ। ਜੇ ਮਾਇਆ ਜ਼ਿਆਦੀ ਹੋਵੇ, ਕਹਿੰਦੇ ਹਨ ਕਿਰਪਾ ਮਹਾਰਾਜ ਜੀਆਂ ਦੀ ਚੜ੍ਹਦੀ ਕਲਾ ਹੈ। ਪਰ ਹਜੂਰ ਸਾਧ ਸੰਗਤ ਜੀ ਜਿਨ੍ਹਾਂ ਤੇ ਪ੍ਰਸੰਨ ਹੁੰਦੇ ਹਨ, ਉਹਨਾਂ ਨੂੰ ਐਸੇ ਨਾਮ ਦੇ ਵਪਾਰੀ ਬਣਾਉਂਦੇ ਹਨ। ਕਹੈ ਨਾਨਕ ਹਰ ਰਾਸ ਮੇਰੀ, ਮਨ ਹੋਆ ਵਣਜਾਰਾ। ਹਜੂਰ ਕਹਿੰਦੇ ਹਨ ਗੁਰਸਿੱਖ ਇਸ ਨੂੰ ਆਪਣੀ ਰਾਸ ਜਾਣ ਕੇ, ਮਨ ਨੂੰ ਵਣਜਾਰਾ ਲਾ ਕੇ, ਭਾਵ ਮਹਾਰਾਜ ਜੀਆਂ ਦੇ ਗੁਰਸਿੱਖ ਸ਼ਬਦ ਤੇ ਸੁਰਤ ਦਾ ਮੇਲ ਕਰਕੇ ਇਹ ਧਨ ਖੱਟਦੇ ਹਨ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਹਨ, ਗੁਰਸਿੱਖੋ ਸਾਡੇ ਗੁਰਸਿੱਖ ਮਹਾਰਾਜ ਜੀ ਕਹਿੰਦੇ ਹਨ, ਮਾਈ ਮੈਂ ਧਨ ਪਾਇਓ ਹਰ ਨਾਮ। ਉਹ ਸਾਡੇ ਵੱਲ ਹੱਥ ਜੋੜ ਕੇ ਕਹਿੰਦੇ ਹਨ, ਮਾਤਾ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਅਸੀਂ ਆਪ ਜੀਆਂ ਦੇ ਨਾਮ ਦਾ ਧਨ ਪਾ ਲਿਆ ਹੈ। ਕਬੀਰ ਸੋਈ ਮੁਖ ਧਨ ਹੈ, ਜਾ ਮੁਖ ਕਹੀਐ ਰਾਮ। ਤੇਹੀ ਕਿਸ ਕੀ ਬਾਪਰੀ, ਪਵਿੱਤਰ ਹੋਏ ਗੋ ਗ੍ਰਾਮ। ਭਗਤ ਕਬੀਰ ਜੀ ਕਹਿੰਦੇ ਹਨ, ਫਿਰ ਉਹ ਜੋ ਗੁਰਸਿੱਖ ਹਨ, ਉਹਨਾਂ ਦੀ ਦੇਹੀ ਤਾਂ ਪਵਿੱਤਰ ਹੋਣੀ ਸੀ। ਜਿਸ ਨਗਰ ਵਿੱਚ ਉਹ ਰਹਿੰਦੇ ਹਨ, ਉਹ ਕਹਿੰਦੇ ਹਨ ਨਗਰ ਪਵਿੱਤਰ ਹੋ ਜਾਂਦਾ ਹੈ। ਨਾ ਉਹ ਮਰਹਿ ਨਾ ਠਾਗੇ ਜਾਹੇ, ਨਾ ਉਹਨਾਂ ਦੇ ਉਸ ਧਨ ਨੂੰ ਕੋਈ ਲੁੱਟ ਸਕਦਾ ਹੈ, ਨਾ ਹੀ ਕਿਸੇ ਤੋਂ ਉਹ ਠੱਗੇ ਜਾਂਦੇ ਹਨ। ਕਿ ਕੌਣ? ਮਹਾਰਾਜ ਜੀ, ਜਿਨ ਕੈ ਰਾਮ ਵਸੈ ਮਨ ਮਾਹੇ, ਜਿਨ੍ਹਾਂ ਦੇ ਹਿਰਦੇ ਵਿੱਚ ਇਹ ਨਾਮ ਧਨ ਆ ਵਸਦਾ ਹੈ। ਮਨ ਮੇਰੋ ਤਾਵਨ ਤੇ ਛੁਟਿਓ। ਉਹ ਗੁਰਸਿੱਖ ਕਹਿੰਦੇ ਹਨ, ਹਜੂਰ ਹੁਣ ਸਾਡਾ ਮਨ ਕਿਤੇ ਧੌਂਦਾ ਨਹੀਂ, ਮਹਾਰਾਜ ਜੀ ਧਾਵਨ ਤੋਂ ਛੁੱਟ ਗਿਆ ਹੈ। ਕਰ ਬੈਠੋ ਬਿਸਰਾਮ। ਹੁਣ ਇੱਕ ਜਗ੍ਹਾ ਤੇ ਹਜੂਰ ਸਾਡੇ ਮਨ ਨੇ ਅਸਥਿਤੀ ਪਕੜ ਲਈ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਹਜੂਰ ਦੇ ਅੱਗੇ ਆਪਾਂ ਵੀ ਅਰਦਾਸ ਕਰਨ ਦੀ ਹਜੂਰ ਵਿਧੀ ਦੱਸਦੇ ਹਨ ਆਰੰਭ ਤੋਂ ਹੀ। ਮਾਇਆ ਮੈਂ ਤਨ ਮਾਈ ਮੈਂ ਤਨ ਪਾਇਓ ਹਰ ਨਾਮ। ਮਾਈ ਕੌਣ ਹੈ ਸਾਧ ਸੰਗਤ ਜੀ? ਜਗਤ ਦੇ ਮਾਤਾ ਸਰੂਪ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਦੋਂ ਗੁਰਸਿੱਖ ਦੋਨੋਂ ਹੱਥ ਜੋੜ ਕੇ ਹਜੂਰ ਅੱਗੇ ਅਰਦਾਸ ਕਰਦੇ ਹਨ, ਜੇ ਹਜੂਰ ਖੁਸ਼ ਹੋ ਕੇ ਪੁੱਛਣ, ਗੁਰਸਿੱਖਾ ਤੈਨੂੰ ਕੀ ਚਾਹੀਦਾ ਹੈ? ਮਾਈ ਮੈਂ ਧਨ ਪਾਇਓ, ਮੇਰੀ ਝੋਲੀ ਦੇ ਵਿੱਚ ਹਜੂਰ ਖੈਰ ਪਾਇਓ। ਮਹਾਰਾਜ ਜੀ ਮੇਰੇ ਝੋਲੀ ਦੇ ਵਿੱਚ, ਗਰੀਬ ਦੀ ਝੋਲੀ ਦੇ ਵਿੱਚ ਮਹਾਰਾਜ ਜੀ ਜੇ ਤਰੁੱਠੇ ਹੋ, ਇੱਕ ਦਾਨ ਪਾਇਓ। ਮਾਈ ਮੈਂ ਧਨ ਪਾਇਓ ਹਰ ਨਾਮ, ਮੇਰੀ ਝੋਲੀ ਦੇ ਵਿੱਚ ਨਾਮ ਦਾ ਧਨ ਹਜੂਰ ਕਿਰਪਾ ਕਰਕੇ ਪਾ ਦਿਓ। ਮਨ ਮੇਰੋ ਤਾਵਨ ਤੇ ਛੁਟਿਓ। ਮਹਾਰਾਜ ਜੀ ਜੋ ਸਾਡਾ ਮਨ ਹੈ ਫਿਰ ਧੌਣ ਤੋਂ ਹਜੂਰ ਛੁੱਟ ਜਾਵੇ, ਕਿਉਂਕਿ ਮਹਾਰਾਜ ਜੀ ਮਾਇਆ ਮਨਹੁ ਨਾ ਵਿਸਰੈ, ਮੰਗੈ ਦਮਾ ਦਮ। ਹਜੂਰੇ ਮਾਇਆ ਮੇਰੇ ਮਨ ਤੋਂ ਨਹੀਂ ਜੇ ਵਿਸਰਦੀ, ਹਰੇਕ ਦਮਾ ਦਮ ਸਾਹ ਦੇ ਨਾਲ ਮਹਾਰਾਜ ਜੀ ਮੈਂ ਮਾਇਆ ਨੂੰ ਯਾਦ ਕਰਦਾ ਹਾਂ, ਸੋ ਪ੍ਰਭ ਚਿਤ ਨਾ ਆਵਈ। ਮਹਾਰਾਜ ਜੀ ਪਤਾ ਨਹੀਂ ਕਿਹੜੇ ਮਾੜੇ ਕਰਮ ਕੀਤੇ ਹਨ, ਉਹ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਤਾਂ ਸਾਡੇ ਚੇਤੇ ਚੂਤੇ ਵਿੱਚ ਹੀ ਨਹੀਂ ਆਉਂਦਾ। ਨਾਨਕ ਨਹੀਂ ਕਰਮ, ਮਹਾਰਾਜ ਜੀ ਸਾਡੇ ਕਰਮਾਂ ਵਿੱਚ ਹੀ ਲੱਗਦਾ ਹੈ, ਨਹੀਂ ਹੈਗੇ। ਫਿਰ ਹਜੂਰ ਕਹਿੰਦੇ ਹਨ, ਤਿਚਰ ਮੂਲ ਨਾ ਥੁੜਿੰਦੋ, ਜਿਚਰ ਆਪ ਕਿਰਪਾਲ। ਗੁਰਸਿੱਖਾ ਤੂੰ ਨਾਮ ਜਪਿਆ ਕਰ, ਉਹਨਾਂ ਚਿਰ ਮਾਇਆ ਮੂਲੋਂ ਹੀ ਨਹੀਂ ਤੇਰੇ ਟੋਟਾ ਆਉਂਦਾ, ਜਿੰਨਾ ਚਿਰ ਆਪ ਅਕਾਲ ਪੁਰਖ ਵਾਹਿਗੁਰੂ ਤੇਰੇ ਤੇ ਕਿਰਪਾਲ ਹਨ। ਸ਼ਬਦ ਅਖੁੱਟ ਬਾਬਾ ਨਾਨਕਾ, ਖਾਹੇ ਖਰਚ ਧਨ ਮਾਲ। ਮਹਾਰਾਜ ਜੀ ਕਹਿੰਦੇ ਹਨ, ਜੇ ਦੁਨਿਆਵੀ ਧਨ ਖਟੇਗਾ ਟੋਟਾ ਆ ਜਾਵੇਗਾ। ਇਹ ਧਨ ਐਸਾ ਹੈ, ਮਹਾਰਾਜ ਜੀ ਕਹਿੰਦੇ ਹਨ, ਸ਼ਬਦ ਅਖੁੱਟ ਧਨ ਜਿਸ ਤਰ੍ਹਾਂ ਇਹ ਨਾ ਟੋਟਾ ਪੈਣ ਵਾਲਾ ਧਨ ਹੈ। ਬਾਬਾ ਨਾਨਕਾ ਖਾਹੇ ਖਰਚ ਧਨ ਮਾਲ, ਇਸ ਨੂੰ ਚਾਹੇ ਖਾ,
ਹੋਰ ਕਿਤੇ ਖਰਚ ਇਸ ਧਨ ਦਾ ਕਦੇ ਹਜੂਰ ਕਹਿੰਦੇ ਹਨ ਟੋਟਾ ਨਹੀਂ ਆਵੇਗਾ। ਇਸੇ ਤਰ੍ਹਾਂ ਸਾਧ ਸੰਗਤ ਜੀ, ਜਦੋਂ ਹਜੂਰ ਝੋਲੀ ਦੇ ਵਿੱਚ ਜਦੋਂ ਗੁਰਸਿੱਖ ਅਰਦਾਸ ਕਰਦੇ ਹਨ, ਮਹਾਰਾਜ ਜੀ ਨਾਮ ਦਾ ਦਾਨ ਪਾਉਂਦੇ ਹਨ, ਫਿਰ ਮਨ ਮੇਰੋ ਧਾਵਨ ਤੇ ਛੂਟਿਓ, ਕਰ ਬੈਠੋ ਬਿਸਰਾਮ। ਜਿਸ ਤਰ੍ਹਾਂ ਸਾਧ ਸੰਗਤ ਜੀ ਨਦੀਆਂ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ, ਜਿਸ ਤਰ੍ਹਾਂ ਨਦੀਆਂ ਦੇ ਵਿੱਚੋਂ ਭਾਵ ਨਾਲੇ ਨਿਕਲਦੇ ਹਨ ਵਾਹ, ਉਹ ਸਾਧ ਸੰਗਤ ਜੀ ਜਿਸ ਤਰ੍ਹਾਂ ਨਦੀਆਂ ਦੇ ਵਿੱਚੋਂ ਨਾਲੇ ਨਿਕਲਦੇ ਹਨ, ਜਿਹੜੇ ਕਿਸਾਨ ਹੁੰਦੇ ਹਨ ਉਹਨਾਂ ਨਾਲੀਆਂ ਦਾ ਪਾਣੀ ਵਰਤ ਕੇ ਆਪਣੇ ਖੇਤਾਂ ਨੂੰ ਜਿਸ ਤਰ੍ਹਾਂ ਸਿੰਚਦੇ ਹਨ, ਮਹਾਰਾਜ ਜੀ ਕਹਿੰਦੇ ਹਨ ਇਸੇ ਤਰ੍ਹਾਂ ਉਹ ਨਾਲਾ ਫਿਰ ਖਾਲੀ ਹੋ ਜਾਂਦਾ ਹੈ। ਪਰ ਸਾਧ ਸੰਗਤ ਜੀ ਫਿਰ ਜੇ ਵਰਖਾ ਪਵੇ ਕਿਤੇ, ਉਹ ਨਾਲਾ ਫਿਰ ਭਰ ਜਾਂਦਾ ਹੈ, ਕਿਸਾਨ ਦੇ ਖੇਤਾਂ ਨੂੰ ਵੀ ਪਾਣੀ ਮਿਲ ਜਾਂਦਾ ਹੈ, ਉਹ ਨਾਲੇ ਫਿਰ ਅੱਗੇ ਜਾ ਕੇ ਦੂਸਰੀ ਨਦੀ ਵਿੱਚ ਸਮਾ ਜਾਂਦੇ ਹਨ। ਮਹਾਰਾਜ ਜੀ ਕਹਿੰਦੇ ਹਨ ਇਹ ਨਦੀਆਂ ਦੀ ਨਿਆਈ ਗੁਰਸਿੱਖ ਹਨ। ਨਦੀਆਂ ਵਾਹ ਵਿਛੁੰਨਿਆ ਜਦੋਂ ਹਜੂਰ ਤੋਂ ਵਿਛੜਦੇ ਹਨ, ਕਿਸਾਨਾਂ ਦੀ ਨਿਆਈ ਭਾਵ ਚੋਂ ਇਹ 5 ਵਿਕਾਰ ਹਨ, ਇਸ ਨੂੰ ਖਾਲੀ ਕਰ ਦਿੰਦੇ ਹਨ। ਮੇਲਾ ਸੰਜੋਗੀ ਰਾਮ, ਜਦੋਂ ਕਿਤੇ ਸੰਜੋਗ ਬਣਦਾ ਹੈ, ਭਾਵ ਸੰਜੋਗ ਬਣਨ ਤੋਂ ਭਾਵ ਮੱਥੇ ਤੇ ਸ਼ੁਭ ਲੇਖ ਜਦੋਂ ਪ੍ਰਗਟ ਹੁੰਦੇ ਹਨ, ਹਜੂਰ ਦੀ ਸਤ ਸੰਗਤ ਪ੍ਰਾਪਤ ਹੁੰਦੀ ਹੈ, ਮਹਾਰਾਜ ਜੀਆਂ ਦੇ ਕਥਾ ਕੀਰਤਨ ਦਾ ਮੀਂਹ ਪੈਂਦਾ ਹੈ, ਫਿਰ ਇਹ ਨਾਲੇ ਜਿਸ ਤਰ੍ਹਾਂ ਫਿਰ ਉਛਲ ਕੇ ਚੱਲਦੇ ਹਨ। ਉਛਲਣ ਤੋਂ ਭਾਵ ਮਨ ਦੇ ਵਿੱਚ ਫਿਰ ਹਜੂਰ ਦਾ ਪ੍ਰੇਮ ਉਛਾਲੇ ਮਾਰਦਾ ਹੈ, ਮਨ ਦੇ ਵਿੱਚ ਹਜੂਰ ਦੇ ਦਰਸ਼ਨਾਂ ਦੀ ਸਿੱਕ ਲੱਗ ਜਾਂਦੀ ਹੈ। ਨਦੀਆਂ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ, ਇਹ ਸਾਧ ਸੰਗਤ ਜੀ ਹਜੂਰ ਤੋਂ ਵਿਛੜੇ ਹੋਏ ਅਸੀਂ ਨਾਲੇ ਹਾਂ। ਜਦੋਂ ਮਹਾਰਾਜ ਜੀਆਂ ਦਾ ਕਥਾ ਕੀਰਤਨ ਮਨ ਸੁਣਦਾ ਹੈ, ਜਦੋਂ ਹਜੂਰ ਨਾਮ ਦੀ ਖੈਰ ਝੋਲੀ ਵਿੱਚ ਪਾਉਂਦੇ ਹਨ, ਇਹ ਪ੍ਰਾਪਤ ਜੋ ਸੰਜੋਗ ਮੱਥੇ ਤੇ ਹਨ, ਹਜੂਰ ਕਹਿੰਦੇ ਹਨ ਫਿਰ ਅੱਗੇ ਜਾ ਕੇ ਗੁਰੂ ਰੂਪੀ ਦਰਿਆ ਦੇ ਵਿੱਚ ਗੁਰਸਿੱਖ ਸਮਾ ਜਾਂਦੇ ਹਨ। ਮਹਾਰਾਜ ਜੀ ਸਾਧ ਸੰਗਤ ਜੀ ਮਹਾਰਾਜ ਜੀਆਂ ਤੋਂ ਫਿਰ ਗੁਰਸਿੱਖ ਪੁੱਛਦੇ ਹਨ, ਹਜੂਰ ਜਿਨ੍ਹਾਂ ਨੇ ਨਾਮ ਦਾ ਧਨ ਜਿਨ੍ਹਾਂ ਦੀ ਝੋਲੀ ਵਿੱਚ ਆਪਨੇ ਪਾਇਆ ਹੈ, ਜਿਨ੍ਹਾਂ ਦਾ ਮਨ ਧਾਵਨ ਤੋਂ ਰੁਕ ਗਿਆ ਹੈ, ਇੱਕ ਥਾਂ ਤੇ ਮਹਾਰਾਜ ਜੀ ਜਿਨ੍ਹਾਂ ਦਾ ਮਨ ਵਿਸਰਾਮ ਕਰ ਰਿਹਾ ਹੈ, ਉਹਨਾਂ ਦੀਆਂ ਮਹਾਰਾਜ ਜੀ ਕੋਈ ਨਿਸ਼ਾਨੀਆਂ ਹੋਣਗੀਆਂ। 8 ਨਿਸ਼ਾਨੀਆਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਸ ਤਰ੍ਹਾਂ ਕਿਰਪਾ ਕਰਕੇ ਦੱਸਦੇ ਹਨ। ਕਰ ਬੈਠੋ ਵਿਸਰਾਮ, ਜਿਨ੍ਹਾਂ ਦਾ ਮਨ ਵਿਸਰਾਮ ਕਰ ਬੈਠਾ ਹੈ, ਰਹਾਉ। ਵਿਸ਼ਰਾਮ ਦੇ ਕੇ ਹਜੂਰ ਹੁਣ 8 ਨਿਸ਼ਾਨੀਆਂ ਦੱਸਦੇ ਹਨ ਜਿਨ੍ਹਾਂ ਨੇ ਨਾਮ ਦਾ ਧਨ ਪ੍ਰਾਪਤ ਕੀਤਾ ਹੈ। ਹਰ ਕੋਈ ਕਹਿੰਦਾ ਹੈ ਮੈਂ ਬੜਾ ਗੁਰਮੁਖ ਹਾਂ, ਬੜਾ ਨਾਮ ਜਪਦਾ ਹਾਂ, ਬੜਾ ਭਾਵ ਮੇਰੇ ਅੰਦਰ ਤਾਂ ਮੇਰੇ ਵਰਗਾ ਤਾਂ ਕੋਈ ਗੁਰਸਿੱਖ ਹੀ ਨਹੀਂ ਹੈਗਾ। ਪਰ ਹਜੂਰ 8 ਨਿਸ਼ਾਨੀਆਂ ਦੱਸਦੇ ਹਨ ਉਹਨਾਂ ਗੁਰਸਿੱਖਾਂ ਦੀਆਂ ਜਿਨ੍ਹਾਂ ਨੇ ਨਾਮ ਦੇ ਧਨ ਦੀ ਕਮਾਈ ਕਰਕੇ ਇਹ ਧਨ ਇਕੱਤਰ ਕੀਤਾ ਹੈ। ਮਾਇਆ ਮਮਤਾ ਤਨ ਤੇ ਭਾਗੀ, ਉਹਨਾਂ ਦੀ ਜੋ ਮਾਇਆ ਦੀ ਮਮਤਾ ਸੀ, ਜਿੰਦੀ ਬਾਬਤ ਹਜੂਰ ਦੀ ਗੁਰਬਾਣੀ ਵਿੱਚ ਜ਼ਿਕਰ ਆਉਂਦਾ ਹੈ, ਮਾਇਆ ਮਮਤਾ ਮੋਹਣੀ ਜਿਣ ਵਿਣ ਦੰਤਾਂ ਜਗ ਖਾਇਆ। ਐਨੀ ਮਾਇਆ ਮੋਹਣੀ ਹੈ, ਬਿਨਾਂ ਦੰਦਾਂ ਤੋਂ ਹੀ ਜਗ ਨੂੰ ਖਾ ਰਹੀ ਹੈ। ਮਹਾਰਾਜ ਜੀ ਕਹਿੰਦੇ ਹਨ ਮਾਇਆ ਮਮਤਾ ਤਨ ਤੇ ਭਾਗੀ। ਪਹਿਲੀ ਨਿਸ਼ਾਨੀ ਹੈ ਮਾਇਆ ਦੀ ਮਿਹਰ ਉਹਨਾਂ ਦੇ ਤਨ ਵਿੱਚੋਂ ਭੱਜ ਜਾਂਦੀ ਹੈ, ਕਿਉਂਕਿ ਹਰੇਕ ਦੇ ਚਰਨਾਂ ਦੀ ਧੂੜੀ ਹੋਏ ਰਹਿੰਦੇ ਹਨ, ਕਿਸੇ ਚੀਜ਼ ਦਾ ਹੰਕਾਰ ਨਹੀਂ ਰਹਿੰਦਾ। ਇਹ ਮਾਇਆ ਦੀ ਮਿਹਰ ਕਿਸੇ ਚੀਜ਼ ਤੇ ਮਿਹਰ ਨਹੀਂ ਕਰਦੇ, ਜਾਣ ਲੈਂਦੇ ਹਨ ਕਿ ਇਹ ਮਣਾ ਫਾਨੀ ਸੰਸਾਰ ਹੈ। ਨਦੀਆਂ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ, ਇਹ ਨਦੀਆਂ ਦੀ ਨਿਆਈ ਸੰਸਾਰ ਤੋਂ ਸਭ ਨੇ ਇੱਕ ਨਾ ਇੱਕ ਦਿਨ ਚਲੇ ਜਾਣਾ ਹੈ। ਉਪਜਿਓ ਨਿਰਮਲ ਗਿਆਨ, ਫਿਰ ਹਿਰਦੇ ਦੇ ਵਿੱਚ ਨਿਰਮਲ ਗਿਆਨ। ਵਾਹਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰ ਗਿਆਨ ਅਰ ਧਿਆਨ ਤਤ ਸਿਉ ਤਤ ਮਿਲਾਵੈ। ਨਿਰਗੁਣ ਸਰੂਪ ਦਾ ਗਿਆਨ, ਸਰਗੁਣ ਸਰੂਪ ਦਾ ਧਿਆਨ, ਜੋ ਤਤਾਂ ਵਿੱਚ ਤਤ ਮਿਲਾ ਦਿੰਦਾ ਹੈ, ਐਸੇ ਸ਼ਬਦ ਦੀ ਕਮਾਈ ਕਰਦੇ ਹਨ। ਨਿਰਮਲ ਗਿਆਨ ਉਹਨਾਂ ਵਿੱਚ ਪ੍ਰਗਟ ਹੁੰਦਾ ਹੈ। ਸੱਚ ਸੱਚ ਜਾਣੀਐ ਇੱਕ ਚਿੱਤਹਿ ਲਿਵ ਲਾਏ। ਮਹਾਰਾਜ ਜੀ ਕਹਿੰਦੇ ਹਨ
ਫਿਰ ਉਹ ਕਦੇ ਸ਼ੰਕਾ ਨਹੀਂ ਫੋਰਦੇ ਕਿ ਇਹ ਕਿੱਦਾਂ ਹੋ ਸਕਦਾ ਹੈ। ਹਜੂਰ ਦੇ ਕਹੇ ਹੋਏ ਮੁਖ ਤੋਂ ਬਚਨ ਕਹਿੰਦੇ ਹਨ ਹਜੂਰ ਸੱਤ ਹੈ, ਕੀ ਹੋਇਆ ਸਾਡੇ ਮਨ ਦੀ ਸਮਝ ਵਿੱਚ ਨਹੀਂ ਆਉਂਦੇ। ਪਰ ਮਹਾਰਾਜ ਜੀ ਜੋ ਆਪ ਕਹਿੰਦੇ ਹੋ ਫਿਰ ਇੱਕ ਚਿੱਤੈ ਲਿਵ ਲਾਵੈ। ਮਹਾਰਾਜ ਜੀਆਂ ਦੇ ਸ਼ਬਦ ਵਿੱਚ ਇੱਕ ਚਿੱਤ ਹੋ ਕੇ ਉਹ ਗੁਰਸਿੱਖ ਲਿਵ ਲਾਈ ਰੱਖਦੇ ਹਨ। ਅਗਮ ਰੂਪ ਕਾ ਮਨ ਮਹਿਥਾਨਾ, ਗੁਰ ਪ੍ਰਸਾਦ ਕਿਨਾ ਵਿਰਲੇ ਜਾਨਾ। ਜਿਨ੍ਹਾਂ ਦੇ ਮਨ ਦੇ ਵਿੱਚ ਸਿਫਤ ਸਲਾਹ ਦੇ ਚਸ਼ਮੇ ਚੱਲ ਪਏ ਹਨ, ਹਜੂਰ ਦੀ ਕਿਰਪਾ ਦੁਆਰਾ ਮਹਾਰਾਜ ਜੀਆਂ ਵਿੱਚ ਇੱਕ ਚਿੱਤਹਿ ਲਿਵ ਲਾਵੈ। ਦੂਸਰੀ ਨਿਸ਼ਾਨੀ ਹਜੂਰ ਨੇ ਜਿਸ ਤਰ੍ਹਾਂ ਕਹੀ ਹੈ, ਉਪਜਿਓ ਨਿਰਮਲ ਗਿਆਨ। ਨਿਰਮਲ ਗਿਆਨ ਉਹਨਾਂ ਅੰਦਰ ਉਪਜ ਪੈਂਦਾ ਹੈ, ਜਿਹੜਾ ਗਿਆਨ ਕਹਿੰਦਾ ਹੈ ਸਹਿਜ ਕਥਾ ਕੇ ਅੰਮ੍ਰਿਤ ਕੁੰਟਾ, ਜਿਸੈ ਪ੍ਰਾਪਤ ਤਿਸ ਲੈ ਪੁੰਚਾ। ਜਿਨ੍ਹਾਂ ਦੇ ਵਿੱਚ ਸਿਫਤ ਸਲਾਹ ਦੇ ਚਸ਼ਮੇ ਚੱਲਦੇ ਹਨ, ਉਹ ਸਹਿਜ ਦੀ ਕਥਾ, ਹਜੂਰ ਦੀ ਗੁਰਬਾਣੀ ਦੀ ਕਥਾ, ਮਹਾਰਾਜ ਜੀਆਂ ਦੇ ਜੋ ਇੱਕ ਕੁੰਟ ਪ੍ਰਵਾਹ ਚੱਲ ਰਹੇ ਹਨ, ਜਿਸੈ ਪ੍ਰਾਪਤ ਤਿਸ ਲੈ ਪੁੰਚਾ। ਹਜੂਰ ਫਿਰ ਉਹਨਾਂ ਦੀ ਝੋਲੀ ਵਿੱਚ ਪਾ ਕੇ ਮਹਾਰਾਜ ਜੀ ਐਸੀ ਕਿਰਪਾ ਕਰਦੇ ਹਨ, ਉਹ ਸੁਣਦੇ ਨਹੀਂ, ਉਹ ਕਥਾ ਨੂੰ ਪੁੰਚਦੇ ਹਨ, ਖਾਂਦੇ ਹਨ ਕਥਾ ਨੂੰ ਗੁਰਸਿੱਖ, ਕਿਤੇ ਉਹਨਾਂ ਦਾ ਮਨ ਧੌਂਦਾ ਨਹੀਂ। ਹਜੂਰ ਕਹਿੰਦੇ ਹਨ ਦੂਸਰੀ ਨਿਸ਼ਾਨੀ ਉਹਨਾਂ ਦੀ ਹੈ, ਉਹਨਾਂ ਵਿੱਚ ਨਿਰਮਲ ਗਿਆਨ ਪ੍ਰਗਟ ਹੋ ਆਉਂਦਾ ਹੈ। ਲੋਭ ਮੋਹ ਇਹ ਪਰਸ ਨਾ ਸਾਕੈ। ਉਹਨਾਂ ਨੂੰ ਫਿਰ ਜੋ ਲੋਭ ਹੈ ਪਦਾਰਥਾਂ ਦਾ ਮੋਹ ਹੈ, ਹਜੂਰ ਕਹਿੰਦੇ ਹਨ ਉਹਨਾਂ ਗੁਰਸਿੱਖਾਂ ਨੂੰ ਪਰਸਦਾ ਨਹੀਂ। ਫਿਰ ਇਹ ਤੀਸਰੀ ਨਿਸ਼ਾਨੀ ਹਜੂਰ ਨੇ ਦੱਸੀ ਹੈ। ਗਈ ਭਗਤ ਭਗਵਾਨ। ਗਹੀ ਭਗਤ ਭਗਵਾਨ ਉਹਨਾਂ ਨੇ ਜਾਣ ਲਿਆ ਹੈ। ਗਹੀ ਤੋਂ ਭਾਵ ਪਕੜ ਲਈ, ਉਹਨਾਂ ਨੇ ਹੋਰ ਚੀਜ਼ਾਂ ਨਹੀਂ ਪਕੜੀਆਂ। ਕਹਿੰਦੇ ਹਨ ਮਹਾਰਾਜ ਜੀ ਆਪ ਜੀਆਂ ਦੀ ਭਜਨ ਬੰਦਗੀ ਹੀ ਮਹਾਰਾਜ ਜੀ ਸਾਡੇ ਲਈ ਜੀਵਨ ਹੈ। ਮਰਣੰ ਬਿਸਰਣੰ ਗੋਬਿੰਦੈ। ਮਹਾਰਾਜ ਜੀ ਆਪ ਜੀਆਂ ਦਾ ਨਾਮ ਤੋਂ ਬਿਨਾ ਸਾਡਾ ਮਰਨ ਹੁੰਦਾ ਹੈ। ਗਹੀ ਭਗਤ ਭਗਵਾਨ ਹਜੂਰ ਕਹਿੰਦੇ ਹਨ ਉਹਨਾਂ ਦੀ ਨਿਸ਼ਾਨੀ ਹੈ, ਉਹਨਾਂ ਨੇ ਭਗਵਾਨ ਦੀ ਭਗਤੀ ਨੂੰ ਘੁੱਟ ਕੇ ਪਕੜ ਲਿਆ ਹੈ। ਜਨਮ ਜਨਮ ਕਾ ਸੰਸਾ ਚੂਕਾ। ਜਿਹੜੇ ਇਹ ਜਨਮਾਂ ਜਨਮਾਂ ਦੇ ਸ਼ੰਕਾ ਪਿਆ ਹੋਇਆ ਸੀ, ਸ਼ੰਕੇ ਤੋਂ ਭਾਵ ਹੁੰਦਾ ਹੈ ਗੰਦਗੀ, ਇਹ ਮਨ ਦੇ ਵਿੱਚ ਜੋ ਪਈ ਹੋਈ ਸੀ। ਇਸੇ ਤਰ੍ਹਾਂ ਸਾਧ ਸੰਗਤ ਜੀ ਜਨਮਾਂ ਜਨਮਾਂ ਦੇ ਜਿਸ ਤਰ੍ਹਾਂ ਗੇੜਿਆਂ ਵਿੱਚ ਪਏ ਸੀ, ਹਜੂਰ ਕਹਿੰਦੇ ਹਨ ਉਹਨਾਂ ਦੇ ਮਨ ਦੇ ਸਭ ਸ਼ੰਕੇ ਦੂਰ ਹੋ ਜਾਂਦੇ ਹਨ। ਰਤਨ ਨਾਮ ਜਪ ਪਾਇਆ। ਜਿਸ ਸਮੇਂ ਸਾਧ ਸੰਗਤ ਜੀ ਰਤਨ ਨਾਮ, ਰਤ ਭਾਵ ਰਤਨ ਤੋਂ ਭਾਵ ਹੁੰਦਾ ਹੈ ਰਤ ਨਾ, ਰਤ ਨਾਮ ਪ੍ਰੀਤੀ ਦਾ ਹੈ, ਜਿਹਨੂੰ ਪਾ ਕੇ ਹੋਰ ਕੋਈ ਪ੍ਰੀਤੀ ਹੀ ਨਾ ਰਹੇ। ਹਜੂਰ ਕਹਿੰਦੇ ਹਨ ਰਤਨ ਨਾਮ ਜਪ ਪਾਇਆ। ਐਸਾ ਉਹਨਾਂ ਨੇ ਨਾਮ ਦਾ ਪਦਾਰਥ ਪਾਇਆ ਹੈ, ਹੋਰ ਕੋਈ ਉਹਨਾਂ ਦੀ ਪ੍ਰੀਤੀ ਹੀ ਨਹੀਂ ਰਹੀ। ਹਜੂਰ ਕਹਿੰਦੇ ਹਨ ਐਸੇ ਗੁਰਸਿੱਖ ਉਹ ਹਨ ਮਾਈ ਮੈਂ ਧਨ ਪਾਇਓ ਹਰ ਨਾਮ, ਜਿਨ੍ਹਾਂ ਨੇ ਹਰੀ ਦੇ ਨਾਮ ਦਾ ਧਨ ਪਾਇਆ ਹੈ। ਤ੍ਰਿਸ਼ਨਾ ਸਗਲ ਬਿਨਾਸੀ ਮਨ ਤੇ। ਇਹ ਸਭ ਤ੍ਰਿਸ਼ਨਾ ਜੋ ਪਦਾਰਥਾਂ ਦੀ ਸੀ, ਮਹਾਰਾਜ ਜੀ ਕਹਿੰਦੇ ਹਨ ਉਹਨਾਂ ਨੇ ਐਸਾ ਭਜਨ ਬੰਦਗੀ ਦਾ ਪ੍ਰਵਾਹ ਅੰਦਰ ਚਲਾਇਆ ਹੈ, ਸਭ ਤ੍ਰਿਸ਼ਨਾ ਨਾਸ ਹੋ ਗਈ ਹੈ। ਕਹਿੰਦੇ ਹਨ ਹਜੂਰ ਮੈਂ ਬਹੁਰੋ ਮਹਾਰਾਜ ਜੀ ਹੋਰ ਮੈਨੂੰ ਕੋਈ ਭੁੱਖ ਨਹੀਂ ਲੱਗਦੀ, ਬਸ ਆਪ ਦੇ ਨਾਮ ਦੀ ਦਾਤ ਬਖਸ਼ਣਾ ਕਿਰਪਾ ਕਰਕੇ। ਨਿਜ ਸੁਖ ਮਾਹੇ ਸਮਾਇਆ। ਉਹ ਨਿਜ ਸੁਖ ਵਿੱਚ ਸਮਾ ਜਾਂਦੇ ਹਨ। ਇਹ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੇ ਆਪ ਕਮਾਈ ਕਰਕੇ ਦੱਸਿਆ ਹੈ। ਇਸੇ ਤਰ੍ਹਾਂ ਹਜੂਰ ਕਹਿੰਦੇ ਹਨ ਨਿਜ ਸੁਖ ਮਾਹੇ ਸਮਾਇਆ। ਉਹ ਫਿਰ ਆਪਣੇ ਅਕਹਿਜ ਰਸ ਵਿੱਚ ਸਮਾਏ ਰਹਿੰਦੇ ਹਨ। ਐਸੇ ਗੁਰਸਿੱਖ ਲੰਮਾ ਲੰਮਾ ਸਮਾਂ ਹਜੂਰ ਦੇ ਦਰਬਾਰ ਵਿੱਚ ਸੇਵਾ ਕਰਦੇ ਹਨ। ਲੰਮਾ ਲੰਮਾ ਸਮਾਂ ਹਜੂਰ ਦੇ ਭਾਵ ਸ਼ਬਦ ਦੀ ਕਮਾਈ ਕਰਕੇ ਆਪਣੇ ਮਨ ਨੂੰ ਰੋਕਦੇ ਹਨ। ਜਾ ਕੋ ਹੋਤ ਦਿਆਲ ਕਿਰਪਾ ਨਿਦ। ਮਹਾਰਾਜ ਜੀ ਇਹ ਬਖਸ਼ਿਸ਼ ਕਿਹਨਾਂ ਤੇ ਹੁੰਦੀ ਹੈ? ਹਜੂਰ ਕਹਿੰਦੇ ਹਨ ਜਿਨ੍ਹਾਂ ਤੇ ਮੇਰਾ ਅਕਾਲ ਪੁਰਖ ਵਾਹਿਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਇਆਲ ਮਹਾਰਾਜ ਜੀ ਜਿਨ੍ਹਾਂ ਨੂੰ ਦਇਆ ਕਰਨ ਦੀ ਆਦਤ ਹੈ, ਜੋ ਹਜੂਰ ਦੇ ਅੱਗੇ ਆ ਕੇ ਗੁਰਸਿੱਖ ਜੋਦੜੀਆਂ ਕਰਦੇ ਹਨ, ਲਿੜਕੜੀਆਂ ਲੈਂਦੇ ਹਨ, ਹਜੂਰ ਸਾਡੀ ਕਦੋਂ ਵਾਰੀ ਆਵੇਗੀ? ਫਿਰ ਹਜੂਰ ਉਹਨਾਂ ਤੇ ਦਇਆਲ ਕਿਰਪਾ ਕਰਦੇ ਹਨ। ਸੋ ਗੋਬਿੰਦ ਗੁਣ ਗਾਵੇ। ਹਜੂਰ ਕਹਿੰਦੇ ਹਨ ਫਿਰ ਉਹ ਗੋ ਭਾਵ ਜੋ ਇਹ ਧਰਤੀ ਬਿੰਦ ਜੋ ਧਰਤੀ ਦੀ ਪਾਲਣਾ ਕਰਦੇ ਹਨ,
ਕੌਣ ਧਰਤੀ ਦੀ ਪਾਲਣਾ ਕਰਦੇ ਹਨ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਗੋ ਇਹ ਸਰੀਰ ਬਿੰਦ ਜੋ ਸਰੀਰ ਦੇ ਵਿੱਚ ਪ੍ਰਕਾਸ਼ ਦੇ ਰਿਹਾ ਹੈ, ਸਭ ਦੇ ਅੰਦਰ ਕੌਣ ਹਨ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਹਜੂਰ ਕਹਿੰਦੇ ਹਨ ਫਿਰ ਉਹ ਜਿਨ੍ਹਾਂ ਤੇ ਹਜੂਰ ਦਇਆ ਕਰਦੇ ਹਨ ਉਹ ਫਿਰ ਵਾਹਿਗੁਰੂ ਜੀਆਂ ਦੇ ਗੀਤ ਗਾਉਣ ਲੱਗ ਜਾਂਦੇ ਹਨ। ਕਹੋ ਨਾਨਕ ਇਹ ਬਿਦ ਕੀ ਸੰਪੈ। ਮਹਾਰਾਜ ਜੀ ਕਹਿੰਦੇ ਹਨ ਇਸ ਵਿਧੀ ਦੀ ਸੰਪੈ, ਇਸ ਨਾਮ ਦੀ ਜਾਇਦਾਦ, ਇਸ ਨਾਮ ਧਨ ਦੀ ਕਮਾਈ ਕੋ ਗੁਰਮੁਖ ਪਾਵੈ। ਕੋ ਮਹਾਰਾਜ ਜੀ ਕਹਿੰਦੇ ਹਨ ਇਸ ਸੰਸਾਰ ਦੇ ਵਿੱਚ ਕੋਈ ਵਿਰਲਾ ਗੁਰਮੁਖ ਹੈ ਜੋ ਹਜੂਰ ਦੁਆਰਾ ਉਪਦੇਸ਼ ਲੈ ਕੇ ਇਸ ਧਨ ਦੀ ਕਮਾਈ ਕਰਦਾ ਹੈ। ਨਹੀਂ ਤਾਂ ਮਹਾਰਾਜ ਜੀ ਕਹਿੰਦੇ ਹਨ ਸਭ ਸੰਸਾਰ ਧਨ 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 ਕੋ ਭਾਖੀ ਹੈ। ਸਭ ਧਨ 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 ਨੂੰ ਹੀ ਕਹਿੰਦਾ ਹੈ। ਜਾ ਕਾ ਜਗਤ ਗੁਲਾਮ, ਸਭ ਜਗਤ ਹੀ ਇਸ ਦਾ ਗੁਲਾਮ ਹੈ। ਸਭ ਨਿਰਖਤ ਯਾ ਕੋ ਫਿਰੈ, ਸਭ ਚੱਲ ਕਰਤ ਸਲਾਮ। ਸਭ ਹੀ ਧਨ ਵਾਲੇ ਵੱਲ ਤੱਕਦੇ ਹਨ, ਸਭ ਉਸ ਨੂੰ ਸਲਾਮ ਕਰਦੇ ਹਨ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੇ ਕਿਰਪਾ ਕੀਤੀ ਹੈ। ਹਜੂਰ ਫਰਮਾਉਂਦੇ ਹਨ ਇਸ ਵਿਧੀ ਦੀ ਸੰਪੈ ਨਾਮ ਦੇ ਧਨ ਨੂੰ ਉਹ ਗੁਰਸਿੱਖ ਪਾਉਂਦਾ ਹੈ ਜਾਂ ਕੋ ਗੁਰਮੁਖ ਪਾਵੈ। ਜਿਨ੍ਹਾਂ ਨੇ ਗੁਰੂ ਵੱਲ ਮੁਖ ਕਰ ਲਿਆ ਹੈ ਫਿਰ ਉਹ ਮੋਹ ਮਲ ਬੇਵਸ ਕੀਓ। ਕਾਮ ਗਹਿ ਕੇਸ ਪਛਾੜਿਓ, ਕ੍ਰੋਧ ਖੰਡ ਪ੍ਰਚੰਡ ਲੋਭ ਅਪਮਾਨ ਸਿਉ ਝਾੜਿਓ। ਜਨਮ ਕਾਲ ਕਰ ਜੋੜ ਹੁਕਮ ਜੋ ਹੋਏ ਸੋ ਮੰਨੈ। ਭਵ ਸਾਗਰ ਬੰਦਿਓ ਸਿੱਖ ਤਾਰੇ ਸੋ ਪ੍ਰਸੰਨੈ। ਜੋ ਗੁਰੂ ਵੱਲ ਮੁਖ ਕਰ ਲੈਂਦੇ ਹਨ ਇਸ ਜਨਮਾਂ ਜਨਮਾਂ ਤੋਂ ਭਾਵ ਬੰਧਨਾਂ ਨੂੰ ਤੋੜਦੇ ਹੋਏ ਮਹਾਰਾਜ ਜੀ ਕਹਿੰਦੇ ਹਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੁਆਰਾ ਬਣਾਇਆ ਹੋਇਆ ਪੁਲ ਭਾਵ ਸਾਗਰ ਬੰਧਿਓ। ਜੋ ਹਜੂਰ ਨੇ ਸਾਧ ਸੰਗਤ ਜੀ ਇਸ ਭੈਦਾਇਕ ਸੰਸਾਰ ਨੂੰ ਗੁਰਪੁਰੀ ਨਾਲ ਸ਼ਬਦ ਦੇ ਦੁਆਰਾ ਬੰਨਿਆ ਹੈ। ਗੁਰਸਿੱਖ ਸੋ ਪ੍ਰਸੰਨ ਹਜੂਰ ਦੀ ਕਮਾਈ ਕਰਦੇ ਹੋਏ ਦੁੱਖਾਂ ਨਾਲ ਨਹੀਂ ਸੁੱਖਾਂ ਦੇ ਨਾਲ ਹਜੂਰ ਦੀ ਗੁਰਪੁਰੀ ਨੂੰ ਪਿਆਨਾ ਕਰਦੇ ਹਨ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਨ ਅਸੀਂ ਵੀ ਨਾਮ ਧਨ ਦੇ ਵਣਜਾਰੇ ਬਣ ਕੇ ਹਰ ਰਾਸ ਮੇਰੀ ਮਨ ਵਣਜਾਰਾ ਵਣਜ ਕਰੀਏ। ਮਹਾਰਾਜ ਜੀਆਂ ਦਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਆਪ ਸਰਬੱਤ ਸੰਗਤਾਂ ਬਖਸ਼ਣ ਯੋਗ ਹੋ, ਬਖਸ਼ ਦੇਣਾ ਅਰਦਾਸ ਕਰਨੀ। ਮਹਾਰਾਜ ਬਲ ਬੁੱਧ ਸਮਰੱਥਾ ਬਖਸ਼ਣ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਕਹੋ ਨਾਨਕ ਇਹ ਬਿਦ ਕੀ ਸੰਪੈ, ਕੋ ਗੁਰਮੁਖ ਪਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤ ਨੂੰ ਨੌਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਦੁਆਰਾ ਭਾਈ ਕਰਨਵੀਰ ਸਿੰਘ ਜੀ ਨਿਹਾਲ ਕਰ ਰਹੇ ਸਨ। ਗੁਰਮੁਖਾਂ ਦਾ ਬਹੁਤ ਧੰਨਵਾਦ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਹੀ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਔਰ ਗੁਰਮੁਖ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਔਰ ਗੁਰੂ ਕਾ ਇਤਿਹਾਸ ਸੰਗਤਾਂ ਨੂੰ ਸੁਣਾਉਂਦੇ ਰਹਿਣ। ਹੁਣ ਸਾਧ ਸੰਗਤ ਜੀ ਸਮਾਂ ਹੈ ਅੰਮ੍ਰਿਤ